Guru Vai 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 Guru ਵਾਹਿਗੁਰੂ ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰਬਾਣੀ ਗੁਰੂ ਵਿੱਚ ਜੋ ਆਪਾਂ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ, ਸਤਿਗੁਰੂ ਸਮਝਾਉਂਦੇ ਵੀ ਇਸ ਸੰਸਾਰ ਦੇ ਵਿੱਚ ਜਦੋਂ ਜੀਵ ਆਪਦੀ ਮੱਤ ਦੁਆਰਾ ਚੱਲਦਾ ਹੈ, ਪਰਮਾਤਮਾ ਨਿਰੰਕਾਰ ਭੌਂਵੇ ਮੁਖ ਹੋ ਜਾਂਦਾ, ਹੁਕਮ ਤੋਂ ਨਾਮ ਤੋਂ ਆਕੀ ਹੋ ਜਾਂਦਾ। ਫਿਰ ਉਹ ਇਸ ਸੰਸਾਰ ਦੇ ਵਿੱਚ ਦੁਨਿਆਵੀ ਪਦਾਰਥ ਇਕੱਠੇ ਕਰਦਾ ਰਹਿੰਦਾ ਅਤੇ ਉਹ ਹੋਰ ਗਾਂਹ ਦੀ ਗਾਂਹ ਦੁੱਖ ਹੀ ਸਹੇੜੀ ਜਾਂਦਾ। ਜਦੋਂ ਪਦਾਰਥ ਜਾਂਦੇ ਉਦੋਂ ਹੋਰ ਦੁਖੀ ਹੁੰਦਾ ਵੀ ਮੇਰੇ ਸੀਗਾ ਤੋਂ ਚਲੇ ਗਏ। ਮਹਾਰਾਜ ਕਹਿੰਦੇ ਵੀ ਨਾਮ ਤੋਂ ਬਿਨਾਂ ਕਿਸੇ ਜੀਵ ਦੀ ਵੀ ਜਿਹੜੀ ਭੁੱਖ ਹੈ ਉਹ ਭੁੱਖ ਮਿਟਦੀ ਨਹੀਂ, ਮਨ ਦੀ ਤ੍ਰਿਸ਼ਨਾ ਜਿਹੜੀ ਉਹ ਜਾਂਦੀ ਨਹੀਂ। ਸਤਿਗੁਰੂ ਫਰਮਾਉਂਦੇ ਦੁਖੀ ਦੁਨੀ ਸਹੇੜੀਏ, ਜਾਏ ਤਾਂ ਲੱਗੇ ਦੁੱਖ, ਨਾਨਕ ਸੱਚੇ ਨਾਮ ਬਿਨ ਕਿਸੇ ਨ ਲੱਥੀ ਭੁੱਖ। ਬਈ ਨਾਮ ਤੋਂ ਬਿਨਾਂ ਕਿਸੇ ਦੀ ਜਿਹੜੀ ਭੁੱਖ ਉਹ ਭੁੱਖ ਖਤਮ ਨਹੀਂ ਹੁੰਦੀ। ਸੰਸਾਰ ਦੇ ਵਿੱਚ ਜਿੰਨੇ ਅਸੀਂ ਰਸਾਂ 'ਚ ਜਾਂਦੇ ਹਾਂ ਉਨੇ ਹੀ ਅਸੀਂ ਹੋਰ ਦੁਖੀ ਹੁੰਦੇ ਹਾਂ। ਇਹ ਨੇਤਰਾਂ ਨੂੰ ਰਸ ਹੈ, ਮਾਇਆ ਨੂੰ ਆਕਾਰਾਂ ਨੂੰ ਦੇਖੀ ਜਾਂਦੇ। ਜਿੰਨਾ ਅਸੀਂ ਇਹ ਮਾਇਆ ਨੂੰ, ਜਿੰਨਾ ਰੂਪ ਨੂੰ ਦੇਖਾਂਗੇ, ਓਨਾ ਹੀ ਅਸੀਂ ਹੋਰ ਦੁਖੀ ਹੁੰਦੇ। ਜੇ ਅਸੀਂ ਮਾਇਆ ਨੂੰ ਦੇਖਾਂਗੇ, ਮਾਇਆ ਨੂੰ ਆਕਾਰਾਂ ਨੂੰ ਦੇਖਾਂਗੇ, ਓਨਾ ਹੀ ਅਸੀਂ ਹੋਰ ਦੁਖੀ ਹੁੰਦੇ। ਜੇ ਅਸੀਂ ਮਾਇਆ ਨੂੰ ਦੇਖਾਂਗੇ, ਮਾਇਆ ਨੂੰ ਆਕਾਰਾਂ ਨੂੰ ਦੇਖਾਂਗੇ, ਓਨਾ ਹੀ ਅਸੀਂ ਹੋਰ ਦੁਖੀ ਹੁੰਦੇ। ਜੇ ਅਸੀਂ ਮਾਇਆ ਨੂੰ ਦੇਖਾਂਗੇ, ਮਾਇਆ ਨੂੰ ਆਕਾਰਾਂ ਨੂੰ ਦੇਖਾਂਗੇ, ਓਨਾ ਹੀ ਅਸੀਂ ਹੋਰ ਦੁਖੀ ਹੁੰਦੇ। ਜੇ ਅਸੀਂ ਮਾਇਆ ਨੂੰ ਦੇਖਾਂਗੇ, ਮਾਇਆ ਨੂੰ ਆਕਾਰਾਂ ਨੂੰ ਦੇਖਾਂਗੇ, ਓਨਾ ਹੀ ਅਸੀਂ ਹੋਰ ਦੁਖੀ ਹੁੰਦੇ। ਜੇ ਅਸੀਂ ਮਾਇਆ ਨੂੰ ਦੇਖਾਂਗੇ, ਮਾਇਆ ਨੂੰ ਆਕਾਰਾਂ ਨੂੰ ਦੇਖਾਂਗੇ, ਓਨਾ ਹੀ ਅਸੀਂ ਹੋਰ ਦੁਖੀ ਹੁੰਦੇ। ਜੇ ਅਸੀਂ ਮਾਇਆ ਨੂੰ ਦੇਖਾਂਗੇ, ਮਾਇਆ ਨੂੰ ਆਕਾਰਾਂ ਨੂੰ ਦੇਖਾਂਗੇ, ਓਨਾ ਹੀ ਅਸੀਂ ਹੋਰ ਦੁਖੀ ਹੁੰਦੇ। ਜੇ ਅਸੀਂ ਮਾਇਆ ਨੂੰ ਦੇਖਾਂਗੇ, ਮਾਇਆ ਨੂੰ ਆਕਾਰਾਂ ਨੂੰ ਦੇਖਾਂਗੇ, ਓਨਾ ਹੀ ਅਸੀਂ ਹੋਰ ਦੁਖੀ ਹੁੰਦੇ। ਜੇ ਅਸੀਂ ਮਾਇਆ ਨੂੰ ਦੇਖਾਂਗੇ, ਮਾਇਆ ਨੂੰ ਆਕਾਰਾਂ ਨੂੰ ਦੇਖਾਂਗੇ, ਓਨਾ ਹੀ ਅਸੀਂ ਹੋਰ ਦੁਖੀ ਹੁੰਦੇ। ਜੇ ਅਸੀਂ ਮਾਇਆ ਨੂੰ ਦੇਖਾਂਗੇ, ਮਾਇਆ ਨੂੰ ਆਕਾਰਾਂ ਨੂੰ ਦੇਖਾਂਗੇ, ਓਨਾ ਹੀ ਅਸੀਂ ਹੋਰ ਦੁਖੀ ਹੁੰਦੇ। ਜੇ ਅਸੀਂ ਮਾਇਆ ਨੂੰ ਦੇਖਾਂਗੇ, ਮਾਇਆ ਨੂੰ ਆਕਾਰਾਂ ਨੂੰ ਦੇਖਾਂਗੇ, ਓਨਾ ਹੀ ਅਸੀਂ ਹੋਰ ਦੁਖੀ ਹੁੰਦੇ। ਜੇ ਅਸੀਂ ਮਾਇਆ ਨੂੰ ਦੇਖਾਂਗੇ, ਮਾ
ਉਹ ਦੇਖ ਦੇਖ ਕੇ ਹੋਰ ਭੁੱਖ ਅੱਗੇ ਦੀ ਅੱਗੇ ਹੋਰ ਵੱਧਦੀ ਜਾਂਦੀ, ਉਹ ਜਾਂਦੀ ਨਹੀਂ ਭੁੱਖ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰੂਪੀ ਭੁੱਖ ਨਾ ਉਤਰੀ, ਜਾ ਦੇਖਾਂ ਤਾਂ ਭੁੱਖ, ਜੇਤੇ ਰਸ ਸਰੀਰ ਕੇ ਤੇਤੇ ਲੱਗੇ ਦੁੱਖ। ਬਈ ਜਿੰਨੇ ਰਸ ਸਾਨੂੰ ਸਰੀਰ ਦੇ, ਓਨਾ ਹੀ ਸਾਡਾ ਮਨ ਹੋਰ ਦੁਖੀ ਹੁੰਦਾ ਜੇ ਇਹ ਨਾਮ ਦੇ ਨਾਲ ਨਹੀਂ ਜੁੜਦਾ। ਹੌਲੇ ਸਾਡੇ ਨੇਤਰਾਂ ਨੂੰ ਰਸ ਦੇਖਣ ਦਾ, ਮਾਇਆ ਨੂੰ, ਆਕਾਰਾਂ ਨੂੰ, ਸਰੀਰਾਂ ਨੂੰ ਦੇਖੀ ਜਾਂਦੀ। ਕੰਨਾਂ ਨੂੰ ਰਸ ਹੈ ਸੁਣਨ ਦਾ, ਕੰਨ ਰਸ ਸੰਸਾਰ ਦੀਆਂ ਦੁਨਿਆਵੀ ਗੱਲਾਂ ਸੁਣਨ ਦਾ। ਸੰਸਾਰ ਦੀਆਂ ਅਸੀਂ ਕਿੰਨੀਆਂ ਗੱਲਾਂ ਸੁਣੀ ਚੱਲੀਏ, ਇਹ ਦੁੱਖ ਹੈ। ਜਿੰਨਾ ਅਸੀਂ ਸੁਣਾਂਗੇ ਓਨਾ ਹੀ ਹੋਰ ਦੁਖੀ ਹੋਵਾਂਗੇ, ਕਿਉਂਕਿ ਮਹਾਰਾਜ ਕਹਿੰਦੇ ਵੀ ਜਿੰਨੇ ਸਰੀਰ ਦੇ ਰਸ ਓਨੇ ਹੀ ਦੁੱਖ ਵੱਧ ਇਕੱਠੇ ਕੀਤੇ। ਇਹ ਅਖੰਡ ਦੁਆਰਾ ਜਿੰਨਾ ਅਸੀਂ ਮਾਇਆ ਨੂੰ ਵੱਧ ਦੇਖਾਂਗੇ ਓਨਾ ਸਾਡਾ ਮਨ ਹੋਰ ਅਸ਼ਾਂਤ ਹੋਏਗਾ, ਹੋਰ ਦੁਖੀ ਹੋਏਗਾ। ਇਹਦੇ ਨਾਲ ਇਹ ਸਾਡੇ ਮਨ ਦੀ ਭੁੱਖ ਮਿਟਣੀ ਨਹੀਂ, ਖਤਮ ਨਹੀਂ ਹੋਣੀ। ਰਸਨਾ ਨੂੰ ਰਸ ਹੈ ਬਾਹਰੀ ਸਵਾਦਾਂ ਦਾ, ਇਹ ਰਸਨਾ ਦੀ ਤ੍ਰਿਪਤੀ ਨਹੀਂ ਹੁੰਦੀ, ਇਹਦੀ ਪਿਆਸ ਨਹੀਂ ਬੁਝਦੀ। ਇਸ ਵਾਸਤੇ ਫਿਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬਈ ਸੱਚੇ ਨਾਮ ਤੋਂ ਬਿਨਾਂ ਕਿਸੇ ਜੀਵ ਦੀ ਜਿਹੜੀ ਭੁੱਖ, ਉਹ ਭੁੱਖ ਖਤਮ ਨਹੀਂ ਹੁੰਦੀ। ਜਿੰਨੇ ਸਰੀਰ ਦੇ ਰਸ ਅਸੀਂ ਵਧਾਵਾਂਗੇ ਓਨੇ ਹੀ ਸਾਨੂੰ ਦੁੱਖ ਹੋਰ ਚੁੰਬਣਗੇ, ਓਨੇ ਹੀ ਅਸੀਂ ਹੋਰ ਵਧੇਕ ਦੁੱਖ ਇਕੱਠੇ ਕਰ ਲਾਂਗੇ। ਜੇਤੇ ਰਸ ਸਰੀਰ ਕੇ ਤੇਤੇ ਲੱਗੇ ਦੁੱਖ। ਮਹਾਰਾਜ ਕਹਿੰਦੇ ਜਿੰਨੇ ਵੱਧ ਇਕੱਠੇ ਕਰਦਾ ਉਹਨਾਂ ਹੋਰ ਵੱਧ ਦੁਖੀ ਹੁੰਦਾ, ਕਿਉਂਕਿ ਭੇਦ ਨਹੀਂ, ਗੁਰੂ ਦੀ ਮੱਤ ਨਹੀਂ ਲਈ ਹੈ। ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਜਿਵੇਂ ਅਸੀਂ ਸੰਸਾਰ ਦੇ ਪਦਾਰਥ ਇਕੱਠੇ ਕਰਦੇ ਹਾਂ, ਮਾਇਆ ਇਕੱਠੀ ਕਰਦੇ ਹਾਂ, ਇਸੇ ਤਰ੍ਹਾਂ ਹੀ ਤੁਸੀਂ ਮਨ ਵਾਸਤੇ ਵੀ ਕਮਾਈ ਕਰੋ, ਮਨ ਵਾਸਤੇ ਵੀ ਨਾਮ ਧਨ ਇਕੱਠਾ ਕਰੋ। ਜੇ ਅਸੀਂ ਮਨ ਵਾਸਤੇ ਕਰਾਂਗੇ ਇਹ ਸਾਡੇ ਮਨ ਨੂੰ ਸੁੱਖ ਮਿਲੇਗਾ, ਸਾਡੇ ਮਨ ਨੂੰ ਸ਼ਾਂਤੀ ਆਉਣੀ, ਸਾਡੇ ਮਨ ਨੇ ਆਨੰਦ ਅਵਸਥਾ ਦੇ ਵਿੱਚ ਜਾਣਾ। ਪਰ ਜਦ ਤੱਕ ਜੀਵ ਨੂੰ ਮਨ ਦਾ ਭੇਦ ਨਹੀਂ, ਉਹ ਸਤ ਸੰਗਤ ਕਰਦਾ ਨਹੀਂ ਹੈ। ਇਸ ਕਰਕੇ ਫਿਰ ਉਹਦੀ ਜਿਹੜੀ ਭੱਜ ਦੌੜ ਹੈ ਉਹ ਤਨ ਵਾਸਤੇ ਹੀ ਹੈ, ਸਰੀਰ ਵਾਸਤੇ ਹੀ ਹੈ। ਦਿਨ ਰਾਤ ਦੌੜਦਾ ਫਿਰਦਾ, ਇਹ ਤਨ ਦੇ ਰਸ ਇਕੱਠੇ ਕੀਤੀ ਜਾਂਦਾ ਅਤੇ ਓਨਾ ਹੀ ਹੋਰ ਵਧੇਕ ਦੁਖੀ ਹੋਈ ਜਾਂਦਾ। ਭਾਈਓ ਆਪਾਂ ਦੇਖਦੇ ਸੰਸਾਰ 'ਚ ਕਿਸੇ ਜੀਵ ਨੂੰ ਵੀ ਪੁੱਛ ਲਓ, ਹਰ ਇੱਕ ਜੀਵ ਦੁਖੀ, ਅਤੇ ਹਰ ਇੱਕ ਜੀਵ ਕਹਿੰਦਾ ਵੀ ਜਦੋਂ ਬਚਪਨ ਸੀ, ਜਦੋਂ ਬੱਚੇ ਸੀ, ਉਦੋਂ ਬੜੇ ਸੁਖੀ ਸੀ। ਬਈ ਜਦੋਂ ਬੱਚੇ ਸੀ ਉਦੋਂ ਕੋਈ ਫਿਕਰ ਨਹੀਂ ਸੀ, ਕੋਈ ਚਿੰਤਾ ਨਹੀਂ ਸੀ। ਉਹ ਬਚਪਨ ਜਿਹੜਾ ਉਹ ਬੜਾ ਮੌਜ ਵਾਲਾ ਸੀ। ਉਹ ਕਿਉਂ ਸਾਨੂੰ ਬਚਪਨ ਮੌਜ ਵਾਲਾ ਲੱਗਦਾ? ਕਿਉਂਕਿ ਹੁਣ ਅਸੀਂ ਦੁਖੀ ਹਾਂ, ਤਾਂ ਕਰਕੇ ਸਾਨੂੰ ਉਹ ਹੁਣ ਸਮਾਂ ਜਿਹੜਾ ਵੀ ਉਦੋਂ ਅਸੀਂ ਸੁਖੀ ਸੀ। ਕਿਉਂ ਸੁਖੀ ਸੀ? ਵੀ ਉਦੋਂ ਤਾਂ ਸਾਡੇ ਕੋਲ ਇੰਨੇ ਸਾਧਨ ਨਹੀਂ ਸੀ, ਕਿਉਂਕਿ ਅਸੀਂ ਤਾਂ ਹੁਣ ਉਦੋਂ ਬਾਅਦ 'ਚੋਂ ਸਗੋਂ ਤੇ ਵੱਧ ਸਾਧਨ ਇਕੱਠੇ ਕਰ ਲਏ, ਸਗੋਂ ਤੇ ਸੁਖੀ ਸਾਨੂੰ ਹੋਣਾ ਚਾਹੀਦਾ ਸੀ। ਉਹ ਅਸੀਂ ਦੁਖੀ ਕਾਹਤੋਂ ਹੋ ਗਏ? ਕਿਉਂਕਿ ਅਸੀਂ ਆਪਦੀ ਮੱਤ ਦੁਆਰਾ ਚੱਲੇ, ਗੁਰੂ ਦੀ ਮੱਤ ਨਹੀਂ ਲਈ। ਇਸ ਕਰਕੇ ਫਿਰ ਜਿੰਨੇ ਰਸ ਸਰੀਰ ਨੂੰ ਲੱਗੇ ਉਨੇ ਹੀ ਅਸੀਂ ਹੋਰ ਦੁੱਖ ਇਕੱਠੇ ਕਰ ਲਏ, ਹੋਰ ਦੁਖੀ ਹੁੰਦੇ ਗਏ। ਭਾਈਆਂ ਮਹਾਰਾਜ ਸਮਝਾਉਂਦੇ ਵੀ ਜੀਵ ਦੀ ਭੁੱਖ ਜਿਹੜੀ ਇਹ ਤ੍ਰਿਸ਼ਨਾ ਇਹ ਮਿਟਦੀ ਨਹੀਂ। ਇਹ ਅੱਖਾਂ ਨੂੰ ਦੇਖਣ ਦੀ ਤ੍ਰਿਸ਼ਨਾ, ਮਾਇਆ ਨੂੰ, ਆਕਾਰਾਂ ਨੂੰ ਦੇਖੀ ਜਾਂਦੀਆਂ,
ਕੰਨਾਂ ਨੂੰ ਸੁਣਨ ਦੀ ਤ੍ਰਿਸ਼ਨਾ, ਸੰਸਾਰ ਦੀ ਨਿੰਦਿਆ ਚੁਗਲੀ, ਵੈਰ ਵਿਰੋਧ ਦੀਆਂ ਗੱਲਾਂ ਇਹ ਸੁਣੀ ਜਾਂਦੀ। ਮੌਕੇ ਜਿਹੜਾ ਆਖਣ ਇਹ ਕਹਿ ਕੇ ਕਿ ਰੱਜਦਾ ਨਹੀਂ, ਸੰਸਾਰ ਦੀਆਂ ਗੱਲਾਂ ਕਰ ਕਰਕੇ ਇਹਦੀ ਭੁੱਖ ਨਹੀਂ ਜਾਂਦੀ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਖਣ ਆਖ ਨਾ ਰੱਜੇ, ਸੁਣ ਨਾ ਰੱਜੇ ਕੰਨ, ਅੱਖੀਂ ਵੇਖ ਨਾ ਰੱਜੀਆਂ, ਗੁਣ ਗਾਹਕ ਇੱਕ ਬੰਨ, ਭੁੱਖਿਆਂ ਭੁੱਖ ਨਾ ਉਤਰੇ, ਗੱਲੀਂ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੇ, ਜੇ ਗੁਣ ਕਹਿ ਗੁਣੀ ਸਮਾਏ। ਸਤਿਗੁਰੂ ਕਹਿੰਦੇ ਵੀ ਇਹ ਭੁੱਖਾ ਰੱਜੇ ਤਾਂ ਜੇ ਮਾਲਕ ਦੇ ਗੁਣ ਗਾਵੇ, ਮਾਲਕ ਦੇ ਗੁਣ ਗਾ ਗਾ ਕੇ ਉਹਦੇ ਵਿੱਚ ਲੀਨ ਹੋਵੇ, ਉਹਦੇ ਵਿੱਚ ਸਮਾਵੇ, ਅਤੇ ਮਨ ਦੀ ਭੁੱਖ ਖਤਮ ਹੋ ਜੀ। ਪਰ ਇਹ ਜਦੋਂ ਮਾਲਕ ਦੇ ਗੁਣ ਗਾਉਂਦਾ ਨਹੀਂ, ਇਸ ਕਰਕੇ ਇਹਦੀ ਭੁੱਖ ਹੈ ਜਿਹੜੀ ਉਹ ਭੁੱਖ ਮਿਟਦੀ ਨਹੀਂ, ਇਹਦੀ ਤ੍ਰਿਸ਼ਨਾ ਮਿਟਦੀ ਨਹੀਂ, ਉਹ ਹੋਰ ਅੱਗੇ ਦੀ ਅੱਗੇ ਹੋਰ ਵੱਧਦੀ ਜਾਂਦੀ। ਭਾਈਓ ਸਤਿਗੁਰੂ ਕਹਿੰਦੇ ਵੀ ਸੰਸਾਰ ਵਿੱਚ ਜੀਵ ਲੱਖਾਂ ਕਰੋੜਾਂ ਅਰਬਾਂ ਜੋੜ ਲੈਂਦਾ ਹੈ, ਪਰ ਉਹ ਤ੍ਰਿਸ਼ਨਾ ਫੇਰ ਨਹੀਂ ਮੁੱਕਦੀ, ਉਹ ਭੁੱਖ ਫੇਰ ਨਹੀਂ ਖਤਮ ਹੁੰਦੀ, ਉਹ ਅੱਗੇ ਹੋਰ ਵੱਧਦੀ ਜਾਂਦੀ ਗਾਂਦੀ। ਮਹਾਰਾਜ ਕਹਿੰਦੇ ਤ੍ਰਿਸ਼ਨਾ ਵਿਰਲੇ ਕੀ ਹੀ ਬੂਝੀ ਹੈ, ਕੋਟ ਜੋਰੇ ਲੱਖ ਕਰੋੜੇ, ਮਨ ਨਾ ਹੋਰੇ, ਪਰੇ ਪਰੇ ਕੋ ਹੀ ਲੂਝੀ ਹੈ। ਬਈ ਜੀਵ ਕਰੋੜਾਂ ਇਕੱਠੇ ਵੀ ਕਰ ਲਏ, ਔਰ ਮਨ ਜਿਹੜਾ ਮਨ ਰੁਕਦਾ ਨਹੀਂ, ਉਹ ਕਹਿੰਦਾ ਹੋਰ ਚਾਹੀਦਾ ਹੁਣ ਕੰਮ। ਲੱਖਾਂ ਤੋਂ ਕਰੋੜਾਂ ਕਰ ਲਏ ਅਤੇ ਕਰੋੜਾਂ ਤੋਂ ਅਰਬਾਂ ਚਾਹੀਦੀ, ਉਹ ਗਾਂ ਦੀ ਗਾਂ ਤ੍ਰਿਸ਼ਨਾ ਉਹ ਹੋਰ ਵੱਧਦੀ ਜਾਂਦੀ। ਇਸ ਵਾਸਤੇ ਸਤਿਗੁਰੂ ਕਹਿੰਦੇ ਵਿਰਲੇ ਦੀ ਪੁੱਜਦੀ, ਵਿਰਲੇ ਕਿਹਦੀ? ਜਿਹੜੇ ਨਾਮ ਨਾਲ ਜੁੜ ਕੇ। ਨਾਮ ਤੋਂ ਬਿਨਾਂ ਸਤਿਗੁਰੂ ਤਾਈਓ ਕਹਿੰਦੇ ਵੀ ਕਿਸੇ ਦੀ ਭੁੱਖ ਲੱਥਦੀ ਨਹੀਂ ਹੈ। ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੋ ਭੁੱਖ। ਬਈ ਸੱਚੇ ਨਾਮ ਤੋਂ ਬਿਨਾਂ ਕਿਸੇ ਦੀ ਭੁੱਖ ਲੱਥਦੀ ਨਹੀਂ। ਭੁੱਖਾ ਜਿਹੜਾ ਉਹ ਫੇਰ ਭੁੱਖੇ ਦਾ ਭੁੱਖਾ ਹੀ। ਇਸ ਕਰਕੇ ਕਹਾਣੀ ਇਹ ਨਹੀਂ ਹੈ ਵੀ ਸਾਡੇ ਕੋਲ ਸੰਸਾਰ ਦੀ ਧਨ ਦੌਲਤ ਕਿੰਨੀ ਕੁ, ਸਾਡੇ ਕੋਲ ਪਦਾਰਥ ਕਿੰਨੇ ਕੁ ਸੰਸਾਰ ਦੇ, ਉਹਦੇ ਨਾਲ ਜੀਵ ਦੀ ਭੁੱਖ ਨਹੀਂ ਦੇਖੀ ਜਾ ਸਕਦੀ। ਕਿਉਂਕਿ ਉਹਦੇ ਨਾਲ ਮਨ ਦੀ ਤਾਂ ਭੁੱਖ ਮਿਟਣੀ ਨਹੀਂ, ਉਹਦਾ ਸਿਰਫ ਇਹ ਸਰੀਰ ਦੇ ਰਸ ਨੇ। ਜੇ ਸਾਨੂੰ ਇਹ ਬ੍ਰਹਮ ਦਾ ਗਿਆਨ ਨਹੀਂ, ਅਸੀਂ ਸੱਚੀ ਸੰਗਤ ਨਹੀਂ ਕੀਤੀ, ਅਤੇ ਉਹੀ ਉਹ ਸਾਡੇ ਵਾਸਤੇ ਜਿਹੜੇ ਅਸੀਂ ਸੁੱਖ ਸਮਝ ਕੇ ਇਕੱਠੇ ਕੀਤੇ ਨੇ, ਉਹੀ ਉਹ ਸਾਡੇ ਲਈ ਦੁੱਖ ਬਣ ਜਾਣਗੇ। ਵਾਈਆਂ ਆਪਾਂ ਦੇਖਦੇ ਸੰਸਾਰ ਦੇ ਵਿੱਚ ਬਈ ਜੀਵ ਕੋਲ ਸਾਰਾ ਕੁਛ ਹੁੰਦੇ ਸੁਣਦੇ ਵੀ ਫਿਰ ਵੀ ਉਹਦੀ ਤ੍ਰਿਪਤੀ ਨਹੀਂ ਹੈ, ਫਿਰ ਵੀ ਉਹ ਦਿਨ ਰਾਤ ਬਿਲਕ ਰਿਹਾ। ਜਿਨ੍ਹਾਂ ਕੋਲ ਨਹੀਂ ਹੈ ਦੁਖੀ ਉਹ ਵੀ ਨੇ, ਜਿਨ੍ਹਾਂ ਕੋਲ ਬਹੁਤਾ ਹੈ ਦੁਖੀ ਉਹ ਵੀ ਨੇ, ਸੁਖੀ ਦੋਵੇਂ ਹੀ ਨਹੀਂ ਹੈ। ਮਾਰੇ ਕਹਿੰਦੇ ਜਿਸ ਗ੍ਰਹਿ ਬਹੁ ਤਿਸ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜ੍ਹੀ ਸੋ ਫਿਰੇ ਭਰਮੰਤ। ਬਈ ਜਿਹਦੇ ਕੋਲ ਬਹੁਤ ਹੈ ਉਹਨੂੰ ਵੀ ਚਿੰਤਾ ਫਿਕਰ ਸਤਾਉਂਦੇ, ਜਿਹਦੇ ਕੋਲ ਨਹੀਂ ਹੈ ਉਹਨੂੰ ਵੀ ਫਿਕਰ ਲੱਗਿਆ, ਉਹਨੂੰ ਵੀ ਚਿੰਤਾ ਲੱਗੀ, ਅਤੇ ਦੁੱਖ ਦੋਨਾਂ ਨੂੰ ਹੀ, ਦੁਖੀ ਦੋਵੇਂ ਹੀ ਨੇ। ਔਰ ਇਹਦੇ ਵਿੱਚ ਫਿਰ ਤਾਂ ਸਤਿਗੁਰੂ ਕਹਿੰਦੇ ਬਈ ਜੇ ਸਾਨੂੰ ਗਿਆਨ ਨਹੀਂ, ਸੋਝੀ ਨਹੀਂ, ਅਤੇ ਸਾਡੇ ਕੋਲ ਸਾਰਾ ਕੁਛ ਹੁੰਦੇ ਸੁਣਦੇ ਵੀ ਸਾਡੇ ਮਨ ਦੀ ਤ੍ਰਿਪਤੀ ਨਹੀਂ ਹੋ। ਮਨ ਹੈ ਜਿਹੜਾ ਉਹ ਮਾਲਕ ਦਾ ਸ਼ੁਕਰਾਨਾ ਨਹੀਂ ਕਰਦਾ, ਉਹਦਾ ਧੰਨਵਾਦ ਨਹੀਂ ਕਰਦਾ, ਕਿਉਂਕਿ ਇਹਦੀ ਤ੍ਰਿਪਤੀ ਨਹੀਂ ਹੈ। ਜੇ ਤ੍ਰਿਪਤੀ ਹੋਵੇ ਤਾਂ ਤਾਈਓ ਧੰਨਵਾਦ ਕਰੇ, ਜੇ ਇਹਦੀ ਸੰਤੁਸ਼ਟੀ ਹੋਵੇ ਅਤੇ ਫਿਰ ਇਹ ਸ਼ੁਕਰਾਨਾ ਕਰੇ। ਔਰ ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਵੀ ਇਹ ਮਨ ਦੀ ਤ੍ਰਿਪਤੀ ਹੋਣੀ ਨਾਮ ਦੁਆਰਾ, ਗੁਰੂ ਦੀ ਮੱਤ ਦੁਆਰਾ। ਤਾਂ ਕਰਕੇ ਫਿਰ ਆਪਾਂ ਸਤ ਸੰਗਤ ਦੇ ਵਿੱਚ ਆਉਂਦੇ ਹਾਂ, ਗੁਰੂ ਦੀ ਸ਼ਰਨ ਦੇ ਵਿੱਚ ਆਉਂਦੇ ਹਾਂ।
ਇੱਥੇ ਆ ਕੇ ਜਦੋਂ ਆਪਾਂ ਫਿਰ ਜੋ ਸਤਿਗੁਰੂ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ, ਆਪਾਂ ਉਹ ਉਪਦੇਸ਼ ਨੂੰ ਧਿਆਨ ਦੇ ਨਾਲ ਸੁਣਦੇ ਹਾਂ। ਫਿਰ ਸਾਨੂੰ ਭੇਤ ਆਉਂਦਾ ਹੈ ਬਈ ਇਹ ਕਹਾਣੀ ਜਿਹੜੀ ਹੈ ਇਹ ਸਾਰੀ ਮਨ ਦੀ ਹੈ, ਇਹ ਬਾਹਰ ਇਹ ਸਰੀਰ ਦੀ ਨਹੀਂ, ਇਹ ਤਨ ਦੀ ਨਹੀਂ ਹੈ। ਕਿਉਂਕਿ ਇਹ ਜਿਹੜਾ ਤਨ ਹੈ ਇਹ ਤਾਂ ਘਰ ਹੈ, ਜਿਹੜੀ ਕਹਾਣੀ ਉਹ ਘਰ ਦੇ ਅੰਦਰ ਵਸਣ ਵਾਲੇ ਦੀ। ਜੇ ਹੁਣ ਜਿਹੜਾ ਘਰ ਦੇ ਅੰਦਰ ਰਹਿੰਦਾ ਹੈ ਉਹ ਭੁੱਖਾ ਹੈ, ਉਹਦੀ ਤ੍ਰਿਪਤੀ ਨਹੀਂ, ਤੇ ਘਰ ਨੂੰ ਅਸੀਂ ਜਿੰਨਾ ਮਰਜ਼ੀ ਸ਼ਿੰਗਾਰੀ ਚੱਲੀਏ। ਹੁਣ ਇਹੋ ਹਾਲਤ ਵੀ ਸੰਸਾਰ ਦੇ ਵਿੱਚ ਜੀਵਾਂ ਦੀ ਵੀ ਮਨ ਦੇ ਜਿਹੜਾ ਅੰਦਰ ਜੀਵ ਅੰਤਰਮੁਖੀ ਨਹੀਂ ਹੁੰਦੇ। ਇਹ ਤਨ ਜਿਹੜੀ ਬਾਹਰੀ ਦੀਵਾਰ ਹੈ, ਇਹ ਤਨ ਨੂੰ ਹੀ ਸ਼ਿੰਗਾਰੀ ਜਾਂਦੇ, ਬਾਹਰੀ ਦੀਵਾਰ ਨੂੰ ਹੀ ਸਾਫ਼ ਕਰੀ ਜਾਂਦੇ, ਉਹ ਅੰਦਰ ਪ੍ਰਵੇਸ਼ ਹੀ ਨਹੀਂ ਹੁੰਦੇ, ਅੰਦਰ ਵੜਦੇ ਹੀ ਨਹੀਂ। ਮਹਾਰਾਜ ਕਹਿੰਦੇ ਮਨ ਮੰਦਰ ਤਨ ਸਾਜੀ ਵਾਰ, ਬਈ ਇਹ ਜਿਹੜਾ ਤਨ ਸਰੀਰ ਹੈ ਇਹ ਦੀਵਾਰ ਹੈ। ਉਹ ਬਾਹਰੀ ਜਿਵੇਂ ਹੁਣ ਅਸੀਂ ਦੀਵਾਰ ਨੂੰ ਹੀ ਸਾਫ਼ ਕਰੀ ਚੱਲੀਏ, ਅੰਦਰ ਆਈਏ ਨਾ। ਜਿਵੇਂ ਗੁਰੂ ਘਰ ਆਪਾਂ ਹੁਣ ਜੇ ਅੰਦਰ ਆਵਾਂਗੇ, ਸਤਿਗੁਰਾਂ ਪਾਸ ਬੈਠਾਂਗੇ, ਤੇ ਫਿਰ ਹੀ ਸਾਨੂੰ ਪਤਾ ਲੱਗਣਾ ਵੀ ਸਾਨੂੰ ਕੀ ਉਪਦੇਸ਼ ਕਰਦੇ, ਸਾਨੂੰ ਕੀ ਸਮਝਾਉਂਦੇ ਨੇ, ਸਾਨੂੰ ਕੀ ਵਚਨ ਕਰ ਰਹੇ, ਸਾਨੂੰ ਕੀ ਹੁਕਮ ਕਰ ਰਹੇ। ਜੇ ਹੁਣ ਜੀਵ ਬਾਹਰੋਂ ਹੀ ਦੁਬਾਰਾ ਹੀ ਸਾਫ਼ ਕਰੀ ਜਾਵੇ ਤੇ ਅੰਦਰ ਵੜੇ ਹੀ ਨਾ, ਅੰਦਰ ਆਵੇ ਹੀ ਨਾ, ਤੇ ਉਹਨੂੰ ਪਤਾ ਹੀ ਨਹੀਂ ਲੱਗਣਾ ਵੀ ਸਾਨੂੰ ਗੁਰੂ ਕੀ ਕਹਿ ਰਹੇ। ਇਸੇ ਤਰ੍ਹਾਂ ਹੀ ਹੁਣ ਸਤਿਗੁਰੂ ਫਿਰ ਆਪਾਂ ਨੂੰ ਸਮਝਾਉਂਦੇ ਵੀ ਤੁਸੀਂ ਅੰਤਰਮੁਖੀ ਹੋਵੋ, ਅੰਦਰ ਆਓ। ਬਈ ਜੇ ਅਸੀਂ ਬਾਹਰ ਰਵਾਂਗੇ, ਬਾਹਰ ਦੇ ਜਿਹੜੇ ਰਸ ਇਹਦੇ ਨਾਲ ਸਾਡੀ ਤ੍ਰਿਪਤੀ ਹੋਣੀ ਨਹੀਂ ਹੈ, ਇਹਦੇ ਨਾਲ ਸਾਡੀ ਭੁੱਖ ਹੋਰ ਵਧੀ ਜਾਣੀ ਹੈ। ਉਹ ਤ੍ਰਿਸ਼ਨਾ ਹੋਰ ਅੱਗੇ ਦੀ ਅੱਗੇ ਵੱਧਦੀ ਜਾਣੀ। ਜਿਵੇਂ ਤ੍ਰਿਸ਼ਨਾ ਆਉਂਦੀ ਹੈ ਰਜੋ ਗੁਣ ਦੇ ਵਿੱਚ, ਰਜੋ ਗੁਣ ਨੂੰ ਅਗਨ ਸਾਗਰ ਕਹਿੰਦੇ। ਇਹ ਜਿਹੜਾ ਰਜੋ ਗੁਣ ਹੈ ਇਹਦੇ ਵਿੱਚ ਆਸ਼ਾ, ਅਭਿਲਾਸ਼ਾ, ਤ੍ਰਿਸ਼ਨਾਵਾਂ, ਸਹਿੰਸੇ, ਫਿਕਰ, ਚਿੰਤਾਵਾਂ, ਇਹ ਸਾਰਾ ਕੁਛ ਆਉਂਦਾ ਹੈ। ਜਿਵੇਂ ਹੁਣ ਅਗਨ ਦੇ ਵਿੱਚ ਅਸੀਂ ਜਿੰਨਾ ਮਰਜ਼ੀ ਬਾਲਣ ਪਾਈ ਚੱਲੀਏ, ਉਹ ਅੱਗ ਦੀ ਤ੍ਰਿਪਤੀ ਨਹੀਂ ਹੁੰਦੀ। ਇਹ ਨਹੀਂ ਕਹਿੰਦੀ ਅੱਗ ਵੀ ਮੈਂ ਬਸ ਕਰੋ, ਕਿਉਂਕਿ ਉਹ ਜਿੰਨਾ ਅਸੀਂ ਲੱਕੜਾਂ ਪਾਵਾਂਗੇ, ਜਿੰਨਾ ਬਾਲਣ ਪਾਵਾਂਗੇ, ਓਨਾ ਹੀ ਅੱਗ ਜ਼ਿਆਦਾ ਬਲੇਗੀ, ਓਨਾ ਹੀ ਵਧੇਕ ਹੋਰ ਜ਼ਿਆਦਾ ਅੱਗ ਜਿਹੜੀ ਉਹ ਭਾਂਬੜ ਮਚਣਗੇ। ਇਸੇ ਤਰ੍ਹਾਂ ਹੀ ਇਹ ਰਜੋ ਗੁਣ ਦੇ ਵਿੱਚ ਇਹ ਤ੍ਰਿਸ਼ਨਾ, ਜਿੰਨਾ ਅਸੀਂ ਜ਼ਿਆਦਾ ਬਾਲਣ ਪਾਈ ਜਾਵਾਂਗੇ ਓਨੀ ਅੱਗ ਜ਼ਿਆਦਾ ਵਲਦੀ ਜਾਂਦੀ। ਜੇ ਸਾਨੂੰ ਨਾਮ ਦਾ ਭੇਤ ਨਹੀਂ, ਤੇ ਉਹੀਓ ਅਗਨ ਫਿਰ ਸਾਨੂੰ ਸਾੜਦੀ ਆ, ਉਹੀਓ ਅਗਨ ਦੇ ਵਿੱਚ ਅਸੀਂ ਜਲਦੇ। ਇਸ ਅਵਸਥਾ 'ਚ ਫਿਰ ਸਤਿਗੁਰੂ ਆਪਾਂ ਨੂੰ ਸਮਝਾਉਂਦੇ ਵੀ ਇਹ ਜਿਹੜੀ ਤ੍ਰਿਸ਼ਨਾ ਇਹ ਬੁਝਣੀ ਨਾਮ ਦੁਆਰਾ। ਤ੍ਰਿਸ਼ਨਾ ਬੁਝੇ ਹਰ ਕੇ ਨਾਮ, ਬਈ ਹਰੀ ਦੇ ਨਾਮ ਦੁਆਰਾ ਹੀ ਇਹ ਸਾਡੇ ਮਨ ਦੀ ਤ੍ਰਿਸ਼ਨਾ ਖਤਮ ਹੁੰਦੀ। ਅੱਖਾਂ ਨੂੰ ਦੇਖਣ ਦੀ ਤ੍ਰਿਸ਼ਨਾ, ਕੰਨਾਂ ਨੂੰ ਸੁਣਨ ਦੀ ਤ੍ਰਿਸ਼ਨਾ, ਰਸਨਾ ਨੂੰ ਬੋਲਣ ਦੀ ਤ੍ਰਿਸ਼ਨਾ, ਇਹ ਹੁਣ ਤ੍ਰਿਸ਼ਨਾ ਜੀਵ ਦੀ ਫੇਰ ਜਾਂਦੀ ਜੇ ਇਹ ਅੰਤਰਮੁਖੀ ਹੁੰਦੀ, ਜੇ ਨਾਮ ਦੇ ਨਾਲ ਜੁੜਦਾ ਹੈ ਤਾਂ। ਨਹੀਂ ਤਾਂ ਸੰਸਾਰ ਦੇ ਵਿੱਚ ਜੀਵ ਦੀ ਕਿੰਨੀ ਵੀ ਉਮਰ ਹੋ ਜੇ, ਕਿੰਨੀ ਵੀ ਆਰਜ਼ੂ ਹੋ ਜੇ, ਉਹਦੀ ਇਹ ਤ੍ਰਿਸ਼ਨਾ ਮੁੱਕਦੀ ਹੀ ਨਹੀਂ। ਉਹਦੇ ਅੱਖਾਂ ਨੂੰ ਸਬਰ ਸੰਤੋਖ ਨਹੀਂ ਹੁੰਦਾ, ਉਹ ਗਾਂ ਦੀ ਗਾਂ ਆਕਾਰਾਂ ਨੂੰ, ਮਾਇਆ ਨੂੰ ਹੋਰ ਦੇਖੀ ਜਾਂਦੀ। ਕੰਨ ਨੇ ਜਿਹੜੇ, ਕੰਨਾਂ ਨੂੰ ਸੁਣਨ ਦੀ ਇਹ ਤ੍ਰਿਸ਼ਨਾ ਲੱਗੀ, ਇਸ ਕਰਕੇ ਇਹਦੀ ਤ੍ਰਿਪਤੀ ਨਹੀਂ ਹੁੰਦੀ, ਗਾਂ ਦੀ ਗਾਂ ਹੋਰ ਤੋਂ ਹੋਰ ਸੁਣੀ ਜਾਂਦਾ। ਇਸ ਵਾਸਤੇ ਮਹਾਰਾਜ ਕਹਿੰਦੇ ਬਈ ਇਹ ਜਿਹੜਾ ਸਰੀਰ ਹੈ, ਇਹ ਸਰੀਰ ਕਰਕੇ ਤਾਂ ਜੀਵ ਬੁੱਢਾ ਹੋ ਜਾਂਦਾ ਹੈ। ਬਈ ਇਹ ਅੱਖਾਂ ਤੋਂ ਦਿਸਣਾ ਘਟ ਜਾਂਦਾ ਹੈ,
ਕੰਨਾਂ ਤੋਂ ਸੁਣਨਾ ਘਟ ਜਾਂਦਾ ਹੈ, ਮੁਖ ਤੋਂ ਬੋਲਿਆ ਨਹੀਂ ਜਾਂਦਾ। ਪਰ ਅੰਦਰ ਜਿਹੜੀ ਮਾਇਆ ਹੈ ਉਹ ਬੁੱਢੀ ਨਹੀਂ ਹੁੰਦੀ। ਉਹ ਵਿਚਾਰ ਨੇ ਜਿਹੜੇ, ਉਹ ਵਿਚਾਰ ਨਹੀਂ ਥੰਮਦੇ, ਵਿਚਾਰ ਹੋਰ ਵੱਧ ਜਾਂਦੇ ਸੀ। ਉਹ ਵਿਚਾਰ ਹੋਰ ਜ਼ਿਆਦਾ ਪ੍ਰਬਲ ਹੋ ਜਾਂਦੇ। ਜਿਉਂ ਜਿਉਂ ਉਮਰ ਵੱਧਦੀ ਤਿਉਂ ਤਿਉਂ ਹੋਰ ਵਿਚਾਰ ਵਧੀ ਜਾਂਦੇ, ਹੋਰ ਦੁੱਖ ਹੋਰ ਰੋਗ ਵਧੀ ਜਾਂਦੇ। ਇਸ ਵਾਸਤੇ ਮਹਾਰਾਜ ਕਹਿੰਦੇ ਥਾਕੇ ਨੈਣ ਸਰਵਣ ਸੁਣ ਥਾਕੇ, ਥਾਕੀ ਸੁੰਦਰ ਕਾਇਆ ਜਰਾ ਹਾਕ ਦੀ ਸਭ ਮਤ ਥਾਕੀ ਏਕ ਨ ਥਾਕ ਸਮਾਇਆ। ਬਾਵਰੇ ਤੇ ਗਿਆਨ ਵਿਚਾਰ ਨਾ ਪਾਇਆ ਵਿਰਥਾ ਜਨਮ ਗਵਾਇਆ। ਮਾਰੇ ਫਿਰ ਮਨ ਨੂੰ ਕਹਿੰਦੇ ਵੀ ਜਦੋਂ ਇਹ ਹਾਲਤ ਜੀਵ ਦੀ ਹੋ ਜਾਂਦੀ, ਸਰੀਰ ਕਰਕੇ ਬਜ਼ੁਰਗ ਹੋ ਗਏ, ਅੱਖਾਂ ਸਾਥ ਛੱਡ ਚੱਲੀਆਂ, ਅੱਖਾਂ ਤੋਂ ਦਿਸਣਾ ਬੰਦ ਹੋ ਗਿਆ, ਕੰਨਾਂ ਤੋਂ ਸੁਣਨਾ ਬੰਦ ਹੋ ਚੱਲਿਆ, ਮੁਖ 'ਚੋਂ ਬੋਲਿਆ ਨਹੀਂ ਜਾਂਦਾ, ਆਵਾਜ਼ ਨਹੀਂ ਨਿਕਲਦੀ। ਸੋ ਐਸੀ ਹਾਲਤ ਦੇ ਵਿੱਚ ਫਿਰ ਮਹਾਰਾਜ ਕਹਿੰਦੇ ਵੀ ਇਹ ਬੌਰੇ ਜੀਵ ਵੀ ਤੇ ਗਿਆਨ ਰਤਨ ਦੀ ਪ੍ਰਾਪਤੀ ਨਹੀਂ ਕੀਤੀ, ਇਸ ਕਰਕੇ ਤੂੰ ਜਿਹੜਾ ਆਪਦਾ ਜੀਵਨ ਸੀ ਉਹ ਸਾਰਾ ਵਿਅਰਥ ਹੀ ਖਰਾਬ ਕਰ ਲਿਆ, ਵਿਅਰਥ ਹੀ ਬਰਬਾਦ ਕਰ ਲਿਆ। ਬਈ ਜਦੋਂ ਸਮਾਂ ਸੀ ਤੇਰੇ ਕੋਲ, ਤੂੰ ਸੰਗਤ ਕਰ ਸਕਦਾ ਸੀ, ਤੂੰ ਗੁਰੂ ਦੀ ਮੱਤ ਲੈ ਸਕਦਾ ਸੀ, ਉਹ ਸਮਾਂ ਤੋਂ ਇਹਨਾਂ ਰਸਾਂ ਦੇ ਵਿੱਚ ਹੀ ਨਿਗਾਹ ਦਿੱਤ। ਤੂੰ ਗਿਆਨ ਨਹੀਂ ਲਿਆ, ਬਾਵਰੇ ਤੇ ਗਿਆਨ ਵਿਚਾਰ ਨਾ ਪਾਇਆ। ਬਈ ਤੂੰ ਗਿਆਨ ਦੀ ਵਿਚਾਰ ਨਹੀਂ ਕੀਤੀ, ਤੂੰ ਉਹ ਗਿਆਨ ਪ੍ਰਾਪਤੀ ਨਹੀਂ ਕੀਤਾ, ਅਤੇ ਹੁਣ ਵਿਅਰਥਾ ਜਨਮ ਗਵਾਇਆ, ਤੇਰਾ ਜਨਮ ਵਿਅਰਥ ਚਲਾ ਗਿਆ। ਜਦੋਂ ਸਮਾਂ ਸੀ ਉਦੋਂ ਮਾਲਕ ਦੇ ਗੁਣ ਨਹੀਂ ਗਾਏ। ਇਸ ਕਰਕੇ ਮਹਾਰਾਜ ਕਹਿੰਦੇ ਬਈ ਸਾਡੇ ਕੋਲ ਜਦੋਂ ਤਾਂ ਸਮਾਂ ਹੁੰਦਾ ਜੀਵ ਕੋਲ, ਉਦੋਂ ਸਮਾਂ ਇਹਦੇ ਰਸਾਂ ਦੇ ਵਿੱਚ ਨਿਗਾਹ ਦਿੰਦੇ। ਇਹ ਅੱਖਾਂ ਦੀ ਤ੍ਰਿਪਤੀ ਨਹੀਂ ਹੁੰਦੀ, ਦੇਖੀ ਜਾਂਦਾ ਮਾਇਆ ਨੂੰ, ਆਕਾਰਾਂ ਨੂੰ, ਸਰੀਰਾਂ ਨੂੰ, ਗਾਂਹ ਦੀ ਗਾਂਹ ਹੋਰ ਵਧੇਕ ਹੋਰ ਵੱਧਦੀ ਜਾਂਦੀ ਤ੍ਰਿਸ਼ਨਾ। ਕੰਨਾਂ ਦੁਆਰਾ ਸੰਸਾਰ ਦੀਆਂ ਗੱਲਾਂ ਸੁਣੀ ਜਾਂਦਾ, ਉਹ ਹੋਰ ਵੱਧਦੀ ਜਾਂਦੀ ਅੱਗੇ ਦੀ ਅੱਗੇ। ਮੁਖ ਦੁਆਰਾ ਬੋਲੀ ਜਾਂਦਾ, ਸੰਸਾਰ ਦੀਆਂ ਗੱਲਾਂ ਕਰੀ ਜਾਂਦਾ। ਇਸ ਕਰਕੇ ਫਿਰ ਮਹਾਰਾਜ ਕਹਿੰਦੇ ਜੇਤੇ ਰਸ ਸਰੀਰ ਕੀ ਤੇਤੇ ਲੱਗੇ ਦੁੱਖ। ਵੀ ਜਿੰਨੇ ਸਰੀਰ ਦੇ ਰਸ ਉਨੇ ਹੀ ਦੁੱਖ, ਉਨਾ ਹੀ ਮਨ ਹੋਰ ਦੁਖੀ ਹੁੰਦਾ, ਹੋਰ ਅਸ਼ਾਂਤ ਹੁੰਦਾ। ਹੌਲੇ ਦੁੱਖ ਸਾਡੇ ਆਪਣੇ ਆਪ ਜਾ ਨਹੀਂ ਸਕਦੇ ਜਦ ਤੱਕ ਅਸੀਂ ਗੁਰੂ ਦੀ ਮੱਤ ਨਹੀਂ ਲਵਾਂਗੇ। ਜੀਵ ਸਰੀਰ ਕਰਕੇ ਤਾਂ ਬਜ਼ੁਰਗ ਹੋ ਜਾਂਦਾ ਹੈ, ਪਰ ਉਹਦੇ ਜਿਹੜੇ ਦੁੱਖ, ਇਹ ਦੁੱਖ ਜਾਂਦੇ ਨਹੀਂ। ਆਪਾਂ ਦੇਖਦੇ ਸੰਸਾਰ ਦੇ ਵਿੱਚ ਧਨ ਕਰਕੇ ਜੀਵ ਬਜ਼ੁਰਗ ਵੀ ਹੋ ਚੱਲਿਆ, ਵੱਡਾ ਹੋ ਗਿਆ, ਪਰ ਅੱਖਾਂ ਮਾਇਆ ਉਵੇਂ ਹੀ ਦੇਖਦਾ, ਕਿਉਂਕਿ ਦ੍ਰਿਸ਼ਟੀ ਤੋਂ ਪਤਾ ਲੱਗ ਜਾਂਦਾ। ਇਹ ਦ੍ਰਿਸ਼ਟੀ ਦੀ ਪੜ੍ਹਾਈ ਹੈ, ਜਿਹੜਾ ਆਪਾਂ ਇਹ ਬ੍ਰਹਮ ਦਾ ਗਿਆਨ ਲੈਂਦੇ, ਇਹ ਸਾਰਾ ਦ੍ਰਿਸ਼ਟੀ ਦਾ ਖੇਲ ਚੱਲਦਾ। ਦ੍ਰਿਸ਼ਟੀ ਤੋਂ ਪਤਾ ਲੱਗ ਜਾਂਦਾ ਸਾਡੀ ਤੋਂ ਬਈ ਇਹਨਾਂ ਦੀ ਦ੍ਰਿਸ਼ਟੀ ਵਿੱਚ ਕੌਣ ਬੈਠਾ। ਜੇ ਕਾਮ ਬੈਠਾ ਹੈ ਉਦੋਂ ਹੀ ਪਤਾ ਲੱਗ ਜਾਏਗਾ, ਕ੍ਰੋਧ ਬੈਠਾ, ਲੋਭ ਬੈਠਾ, ਮੋਹ ਬੈਠਾ, ਹੰਕਾਰ ਬੈਠਾ। ਇਹ ਪੰਜੇ ਹੀ ਬਹਿੰਦੇ, ਵਾਰੀ ਵਾਰੀ ਬਹਿੰਦੇ। ਹੁਣ ਜੀਵ ਜਿਹੜਾ ਹੈ, ਜਿਹਦੀ ਇਹ ਤ੍ਰਿਪਤੀ ਨਹੀਂ ਹੋਈ, ਜਿਹਦਾ ਮਨ ਘਰੇ ਨਹੀਂ ਬੈਠਿਆ, ਉਹਦੀ ਦ੍ਰਿਸ਼ਟੀ ਜਿਹੜੀ ਉਹ ਕਰੂਰੀ ਰਹਿੰਦੀ। ਤਾਂ ਕਰਕੇ ਉਹਦੀ ਤ੍ਰਿਸ਼ਨਾ ਜਿਹੜੀ ਉਹ ਬੁਝਦੀ ਨਹੀਂ। ਅੱਖਾਂ ਦੁਆਰਾ ਮਾਇਆ ਨੂੰ ਦੇਖੀ ਜਾਂਦਾ ਅਤੇ ਹੋਰ ਦੁਖੀ ਹੋਈ ਜਾਂਦਾ। ਕੰਨਾਂ ਦੁਆਰਾ ਮਾਲਕ ਦੀ ਆਵਾਜ਼ ਨੂੰ ਸੁਣਨਾ ਸੀ ਅਤੇ ਇਹਨਾਂ ਦੀ ਤ੍ਰਿਪਤੀ ਹੋਣੀ ਸੀ, ਪਰ ਮਾਲਕ ਦੀ ਆਵਾਜ਼ ਨੂੰ ਸੁਣਿਆ ਹੀ ਕੋਈ ਨਹੀਂ, ਸੁਣਦਾ ਹੀ ਨਹੀਂ। ਤਾਂ ਕਰਕੇ ਜਿੰਨੀਆਂ ਸੰਸਾਰ ਦੀਆਂ ਗੱਲਾਂ ਸੁਣਦਾ ਉਹਨਾਂ ਜ਼ਿਆਦਾ ਹੋਰ ਦੁੱਖ ਇਕੱਠਾ ਕਰਦਾ, ਕਿਉਂਕਿ ਉਹ ਮੈਲ ਹੈ। ਉਹ ਮੈਲ ਹੋਰ ਚੜ੍ਹਦੀ ਜਾਂਦੀ ਅਤੇ ਹੋਰ ਮਨ ਸ਼ਾਂਤ, ਹੋਰ ਦੁਖੀ ਹੋਈ ਜਾਂਦਾ। ਇਸ ਵਾਸਤੇ ਫਿਰ ਸਤਿਗੁਰੂ ਤਾਂ ਕਹਿੰਦੇ ਵੀ ਜੀਵ ਜਿੰਨਾ ਦੁਨੀਆ ਦੇ ਵਿੱਚ
ਆਪਦੀ ਮੱਤ ਦੁਆਰਾ ਵਿਚਰਦਾ ਹੋਰ ਦੁੱਖ ਇਕੱਠੇ ਕਰ, ਹੋਰ ਦੁਖੀ ਹੋਈ ਜਾਂਦਾ। ਅਤੇ ਆਪਾਂ ਨੂੰ ਫਿਰ ਸਤਿਗੁਰੂ ਸਮਝਾਉਂਦੇ ਵੀ ਇਹਨਾਂ ਅੱਖਾਂ ਦੀ ਤ੍ਰਿਸ਼ਨਾ ਬੁਝਣੀ ਨਹੀਂ ਜਦ ਤੱਕ ਇਹ ਮਾਲਕ ਨੂੰ ਨਹੀਂ ਦੇਖਦੀਆਂ। ਮਹਾਰਾਜ ਕਹਿੰਦੇ ਆਖੀਂ ਸੰਤੋਖੀਆ ਏਕਾ ਲੈਵਲ ਲਾਏ, ਵੀ ਇਹਨਾਂ ਅੱਖਾਂ ਨੂੰ ਕਦੋਂ ਸੰਤੋਖ ਆਊ? ਜਦੋਂ ਇੱਕ ਨਾਲ ਲੈਵਲ ਲੱਗ ਜੂ, ਜਦੋਂ ਅਸੀਂ ਇੱਕ ਵਾਹਿਗੁਰੂ ਨੂੰ ਦੇਖਾਂਗੇ, ਪਰਮਾਤਮਾ ਨੂੰ। ਜਦੋਂ ਅਸੀਂ ਮਾਲਕ ਨੂੰ ਦੇਖਦੇ ਹਾਂ, ਇਹ ਸਾਡੀਆਂ ਅੱਖਾਂ ਦੀ ਤ੍ਰਿਪਤੀ ਹੋ ਜਾਂਦੀ, ਇਹਨਾਂ ਨੂੰ ਰੱਜ ਆ ਜਾਂਦਾ, ਇਹਨਾਂ ਨੂੰ ਸਬਰ ਆ ਜਾਂਦਾ, ਇਹਨਾਂ ਨੂੰ ਸੰਤੋਖ ਆ ਜਾਂਦਾ। ਫਿਰ ਇਹਨਾਂ ਨੂੰ ਇਹ ਨਹੀਂ ਰਹਿੰਦਾ ਅੱਖਾਂ ਨੂੰ ਵੀ ਅਸੀਂ ਹੋਰ ਵੱਧ ਤੋਂ ਵੱਧ ਆਕਾਰਾਂ ਨੂੰ, ਮਾਇਆ ਨੂੰ, ਸਰੀਰਾਂ ਨੂੰ ਦੇਖੀਏ। ਫਿਰ ਉਹ ਤ੍ਰਿਸ਼ਨਾ ਜਿਹੜੀ ਸਾਡੀ ਦੇਖਣ ਵਾਲੀ ਉਹ ਖਤਮ ਹੋ ਜਾਂਦੀ। ਵੀ ਜੇ ਅਸੀਂ ਦੇਖਾਂਗੇ ਵੀ ਤੇ ਮਾਲਕ ਦਾ ਰੂਪ ਜਾਣ ਕੇ ਦੇਖਾਂਗੇ, ਜੇ ਦੇਖਾਂਗੇ ਵੀ ਉਹ ਅਸੀਂ ਇੰਨਾ ਨਹੀਂ ਦੇਖਾਂਗੇ ਵੀ ਉਹ ਸਾਡੀ ਤ੍ਰਿਸ਼ਨਾ ਹੀ ਗਾਂਹ ਦੀ ਗਾਂਹ ਹੋਰ ਵੱਧਦੀ ਜਾਵੇ। ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਵੀ ਅੱਖਾਂ ਨੂੰ ਸੰਤੋਖ ਸਬਰ ਉਦੋਂ ਆਉਂਦਾ ਜਦੋਂ ਇਹ ਅੱਖਾਂ ਨੇਤਰ ਸਾਡੇ ਮਾਲਕ ਨੂੰ ਦੇਖਦੀ। ਨਹੀਂ ਤਾਂ ਸਤਿਗੁਰੂ ਕਹਿੰਦੇ ਬਈ ਇਹ ਜਿਹੜੇ ਲੋਇਣ, ਇਹਨਾਂ ਦੀ ਪਿਆਸ ਬੁਝਦੀ ਨਹੀਂ। ਅਸੀਂ ਮਾਇਆ ਨੂੰ ਜਿੰਨਾ ਮਰਜ਼ੀ ਦੇਖੀ ਚੱਲੀ, ਜਿਵੇਂ ਆਪਾਂ ਸੰਸਾਰ 'ਚ ਦੇਖਦੇ ਹਾਂ ਵੀ ਜੀਵ ਦੇਖੀ ਜਾਂਦੇ ਦਿਨ ਰਾਤ। ਆ ਹੁਣ ਕਲਾ ਦਾ ਯੁੱਗ ਹੈ, ਇਹਦੇ ਵਿੱਚ TV ਹੈ, ਮੋਬਾਇਲ ਹੈ, ਜਿੰਨਾ ਮਰਜ਼ੀ ਦੇਖੀ ਚੱਲੋ। ਦੇਖ ਦੇਖ ਕੇ ਅਸੀਂ ਆਖੀਏ ਵੀ ਸਾਡੀ ਤ੍ਰਿਸ਼ਨਾ ਬੁੱਝ ਜਾਏਗੀ, ਬੁੱਝਣੀ ਥੋੜ੍ਹੀ ਹੈ। ਇਹ ਗਾਂਹ ਦੀ ਗਾਂਹ ਹੋਰ ਵਧੀ ਜਾਣ। ਬਈ ਅੱਜ ਕੁਛ ਦੇਖਿਆ ਨਹੀਂ, ਇਹ ਤਾਂ ਦੇਖਿਆ ਹੋਇਆ, ਹੁਣ ਕੁਛ ਨਵਾਂ ਦੇਖੋ। ਉਹ ਦੇਖ ਲਿਆ, ਫਿਰ ਕਹਿਣਗੇ ਨਹੀਂ ਨਹੀਂ ਇਹ ਤਾਂ ਦੇਖਿਆ, ਕੁਛ ਹੋਰ ਦੇਖੋ। ਜਿਵੇਂ ਆਪਾਂ ਦੇਖਦੇ ਵੀ ਜੀਵ ਸੰਸਾਰ ਦੇ ਵਿੱਚ ਦੇਖਦਾ, ਕੋਈ ਨਾਟਕ ਚੇਟਕ ਦੇਖਦਾ ਵੀ ਇਹ ਤਾਂ ਪਹਿਲਾਂ ਦੇਖਿਆ ਹੋਇਆ ਜੀ, ਆਹ ਫਿਲਮ ਇਹ ਤਾਂ ਪਹਿਲਾਂ ਦੇਖੀ ਹੋਈ ਹੈ ਜੀ, ਹੋਰ ਨਵਾਂ ਦਿਖਾਓ ਕੁਛ। ਕਿਉਂਕਿ ਉਹ ਕੀ ਹੈ ਵੀ ਉਹਦੇ ਨਾਲ ਸਾਡੀ ਤ੍ਰਿਪਤੀ ਨਹੀਂ ਹੋਣੀ। ਉਹ ਚਾਹੇ ਅਸੀਂ ਜਿੰਨਾ ਮਰਜ਼ੀ ਦਿਨ ਰਾਤ ਦੇਖੀ ਚੱਲੀਏ, ਉਹ ਹੋਰ ਗਾਂਹ ਦੀ ਗਾਂਹ ਜਿਹੜੀ ਭੁੱਖ, ਹੋਰ ਤ੍ਰਿਸ਼ਨਾ ਉਹ ਵੱਧਦੀ ਜਾਂਦੀ। ਜਿੰਨਾ ਦੇਖਾਂਗੇ ਓਨਾ ਹੋਰ ਵਧੇਗੀ। ਇਸ ਲਈ ਮਹਾਰਾਜ ਕਹਿੰਦੇ ਰੂਪੀ ਭੁੱਖ ਨਾ ਉਤਰੇ, ਜਾਂ ਦੇਖਾਂ ਤਾਂ ਭੁੱਖ। ਬਈ ਰੂਪ ਦੇਖ ਦੇਖ ਕੇ ਭੁੱਖ ਉਤਰਦੀ ਨਹੀਂ ਹੈ, ਜਾਂ ਦੇਖਦਾ ਹੋਰ ਭੁੱਖ ਵੱਧਦੀ। ਜਿੰਨਾ ਦੇਖੀ ਚੱਲਾਂਗੇ ਹੋਰ ਤ੍ਰਿਸ਼ਨਾ ਅੱਗੇ ਦੀ ਅੱਗੇ ਹੋਰ ਵਧੀ ਜਾਣੀ, ਹੋਰ ਦੇਖੋ ਹੋਰ ਦੇਖੋ। ਤਾਂ ਮਹਾਰਾਜ ਜੀ ਇਸ ਅਵਸਥਾ 'ਚ ਕਹਿੰਦੇ ਲੋਇਣ ਲੋਈ ਡੈਠ ਪਿਆਸ ਨਾ ਬੂਝੇ ਮੂੰਹ ਕਹਾਣੀ। ਬਈ ਇਹਨਾਂ ਲੋਇਣਾ ਨੇਤਰਾਂ ਦੁਆਰਾ ਮੈਂ ਸਾਰੀ ਲਕਾਈ ਦੇਖ ਲਈ, ਸਾਰਾ ਸੰਸਾਰ ਘੁੰਮ ਕੇ ਦੇਖ ਲਿਆ, ਇਹਨਾਂ ਦੀ ਪਿਆਸ ਬੁਝੀ ਹੋਈ ਨਹੀਂ। ਗਾਂਹ ਦੀ ਗਾਂਹ ਹੋਰ ਵੱਧਦੀ ਜਾਂਦੀ, ਹੋਰ ਦੇਖਾਂ ਹੋਰ ਦੇਖਾਂ। ਅਤੇ ਸਤਿਗੁਰੂ ਕਹਿੰਦੇ ਉਹ ਅੱਖਾਂ, ਉਹ ਨੇਤਰ ਧੰਨ ਜਿਹੜੇ ਫਿਰ ਆਪਦੇ ਮਾਤਾ ਪਿਤਾ ਨੂੰ ਦੇਖਦੇ। ਨਾਨਕ ਸੇ ਅੱਖੜੀਆਂ ਬੇਅੰਨ ਜਿਨੇ ਡਸੰਦੋ ਮਾਂ ਪੀਰੀ। ਵੀ ਉਹ ਅੱਖਾਂ ਧੰਨ, ਉਹ ਨੇਤਰ ਧੰਨ ਜਿਹੜੀਆਂ ਅੱਖਾਂ ਆਪਦੇ ਮਾਤਾ ਪਿਤਾ ਨੂੰ ਦੇਖਦੀਆਂ, ਜਿਹੜੀਆਂ ਅੱਖਾਂ ਪਰਮਾਤਮਾ ਨੂੰ ਦੇਖਦੀਆਂ, ਵਾਹਿਗੁਰੂ ਨੂੰ ਦੇਖਦੀਆਂ। ਇਸ ਵਾਸਤੇ ਫਿਰ ਕਹਿੰਦੇ ਵੀ ਅੱਖਾਂ ਦੀ ਤ੍ਰਿਪਤੀ ਸਾਡੇ ਨੇਤਰਾਂ ਦੀ ਉਦੋਂ ਹੋਣੀ ਜਦੋਂ ਅਸੀਂ ਇੱਕ ਨੂੰ ਦੇਖਣਾ ਸ਼ੁਰੂ ਕਰ ਦਿੱਤਾ, ਮਾਲਕ। ਜਿਉਂ-ਜਿਉਂ ਦੇਖਾਂਗੇ ਅਤੇ ਉਹਦੇ ਅਸੀਂ ਸੁੱਖ ਪਾਵਾਂਗੇ। ਵਾਹੀਆਂ ਗੁਰਮੁਖ ਜਿਉਂ ਦੇਖਦੇ ਮਾਲਕ ਨੂੰ, ਫਿਰ ਉਹਦੇ ਗੁਣ ਗਾਉਂਦੇ। ਜਬ ਦੇਖਾਂ ਤਬ ਗਾਵਾਂ, ਤਉ ਜਨ ਧੀਰਜ ਪਾਵਾਂ। ਵੀ ਵਾਹਿਗੁਰੂ ਜਦੋਂ ਮੈਂ ਤੈਨੂੰ ਦੇਖਦਾ, ਮੈਂ ਤੇਰੇ ਗੁਣ ਗਾਉਣਾ ਅਤੇ ਮੇਰੇ ਮਨ ਨੂੰ ਧੀਰਜ ਆਉਂਦਾ। ਬਈ ਮੇਰੇ ਮਨ ਨੂੰ ਸੁੱਖ ਮਿਲਦਾ, ਆਨੰਦ ਮਿਲਦਾ, ਕਿਉਂਕਿ ਜਦੋਂ ਦੇਖਦਾ ਉਹਦੀ ਤੇਰੇ ਗੁਣ ਗਾਉਣਾ ਵੀ ਤੂੰ ਬੇਅੰਤ ਹੈ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਤੁਸੀਂ ਵੀ ਪਰਮਾਤਮਾ ਨੂੰ ਦੇਖੋ। ਜੇ ਅਸੀਂ ਹਜੇ ਤੱਕ ਵਾਹਿਗੁਰੂ ਨੂੰ ਨਹੀਂ ਦੇਖਿਆ ਅਤੇ ਸਾਡੇ ਅੰਦਰ ਇਹ ਇੱਛਾ ਹੋਣੀ ਚਾਹੀਦੀ, ਸਾਡੇ ਅੰਦਰ ਇਹ ਤੜਫ ਹੋਣੀ ਚਾਹੀਦੀ ਵੀ ਅਸੀਂ ਆਪਦੇ ਮਾਂ ਪਿਓ ਨੂੰ ਦੇਖੀਏ ਤਾਂ ਸਹੀ ਵੀ ਉਹ ਕਿਹੋ ਜਿਹਾ। ਬਈ ਸੰਸਾਰ ਨੂੰ ਤਾਂ ਅਸੀਂ ਦੇਖ ਦੇਖ ਕੇ ਹੁਣ ਬਥੇਰਾ ਦੇਖ ਲਿਆ ਵੀ
ये नहीं किसी को देख के सानू होया भी हुण असीं तैनूं देख लिया भी होर साडी देखण दी हुण इच्छा नहीं, भी साडी इच्छा ही खत्म हो जी। ये साडी होर देखण दी दूजे नूं इच्छा उदों खत्म हुंदी जदों असीं मालक नूं देख लैने वाहिगुरू। जदों परमात्मा नूं देख लिया फिर गुरमुखां ने आखिया दोए दोए लोचन पेखां हो हर बिन अवर ना देखां, भी हुण मैं इन्हां दोवां नेत्रां दुआरा तैनूं ही देखां, हुण मेरी इच्छा नहीं भी मैं होर किसी नूं देखां दूजे नूं। उदों कहिंदे भी इन्हां दे नेत्रां दी प्यास बुझ गई, इन्हां दी तृष्णा खत्म हो गई, इन्हां नूं सबर आ गया, इन्हां नूं संतोख आ गई। अखी संतोखी आ एक लिव लाई, भी इन्हां दी लिव एक नाल लग गई तो इन्हां दी अखां नूं संतोख है, सबर है। जिन्हां ने नहीं देखिया उन्हां नूं सबर संतोख नहीं आउंदा। किवें टकाओगे तुसीं इन्हां अखां नूं, किवें देखना बंद करोगे? हुण संसार 'च जीव कह तां दिंदा बुरा ना देखो, हुण किहनूं देखीए भी जिहड़ा असीं बुरा ना देखी। जे असीं मालक नूं देखांगे तो फिर ही नहीं सानूं बुरा दिसना, जे असीं मालक नूं देखांगे नहीं तो फिर तो बुरा ही देखांगे। इस वास्ते फिर आपां नूं समझाउंदे बई फिर इन्हां नेत्रां नूं सबर संतोख होना जदों असीं वाहिगुरू नूं देख लांगे तो आपां देख सकदे सारी। फिर इसे तरह ही साडे कंन ने, इन्हां कंनां नूं सबर संतोख नहीं आउंदा, इन्हां दी तृप्ति नहीं हुंदी जद तक कि मालक की आवाज़ नूं नहीं सुन लेंदे, नाम नूं। ताइयों मारे कहंदे सुन ना रजे कन्न, भी ये कन्न सुन सुन के रजदे नहीं। संसार दीयां गल्लां, संसार दा गाउण बजाउण जिन्ना मर्जी सुनी चलो। जे असीं आखीए भी आह सुन के साडी हुण इच्छा नहीं कन्नां दी रही भी असीं कुछ होर सुणीए, संसार दे विच कोई ऐसा चीज़ बनी नहीं है भी जिन्हों सुन के साडी तृप्ति हो जाए तो असीं आखीए भी हुण साडी होर किसी नूं सुनन दी इच्छा नहीं। सिर्फ एक मालक की आवाज़ ही है नाम नाद, जिन्हों सुनन दे नाल साडे इन्हां कन्नां दी तृप्ति हो जाती तो साडी इच्छा नहीं रहिंदी भी असीं होर संसार दा कुछ सुणीए। ताइयों इसे वास्ता च महाराज फिर कहते मेरे मोहन सरबणी ये ना सुनाई, साकत गीत नाद धुन गावत बोलत बोल जाए। भी ये जिहड़े साकत मनमुख बोल बोलदे जिहड़ा ये गाउण बजाउण बई ये नाल साडी तृष्णा बुझदी नहीं, जिन्ना मर्जी सुनी चलो अगे दी अगे होर वधदी जानी, होर वधदी जानी, होर सुनीए नवां सुनीए तो पुराना हो गई। इस करके महाराज कहंदे भी जदों असीं मालक की आवाज़ नूं सुणांगे तो साडे कन्नां नूं सबर संतोख आ जाना। इसे तरह ही ये साडी रसना है, साडा मुख। संसार दियां असीं जिन्ना मर्जी गल्लां कर लीए तो आखीए भी साडी रचना की तृप्ति हो जे, इनू सबर आ जे संतोख आ जे, नहीं आना। इनू सबर संतोख उदों आना जदों ये मालक के गुण गाएगी। जदों असीं परमात्मा के गुण गावांगे, गा गा के असीं सहज विच चले जावांगे तो साडी बोलण की इच्छा ही खत्म हो जाती भी असीं कुछ बोलीए। जे बोलीए तो की बोलीए, फिर मालक के गुण गावांगे, सिमरन करांगे, परमात्मा की विचार करांगे, संसार की गल उन्नी क करांगे भी जिन्नी क लोड़ है, जरूरत है उन्ना क बोलांगे, नहीं तो आपदा चुप हो जाओ। ये चुप जिहड़ी है ये उदों चुप नहीं हुंदा मन साडा, ये उदों हुंदा जदों ये सहज विच चला जांदा, जदों ये रसना ते अमृत आउंदा है। ये अपना बोलण नूं चेती नहीं करता भी बोलीए तो बोलीए की। जे बोलांगे तो मालक दे गुण गावांगे, नहीं तो चुप हो जाएंगे। देखांगे भी जे तो कोई गाहक हैगा बई, जे गाहक है जिहड़ा मालक दी विचार सुननी चाहुंदा, जिहड़ा व्यापारी है नाम दा, फिर गुरमुख उहदे अगे वो सौदा कढ के रखते
ਵੀ ਜਿਹੜਾ ਗਾਹਕ ਹੁੰਦਾ। ਜੇ ਦੇਖਿਆ ਵੀ ਗਾਹਕ ਨਹੀਂ, ਚਾਰ ਜੀ ਬੈਠੇ ਬਈ ਉਹ ਇਹ ਚੀਜ਼ ਦੇ ਗਾਹਕ ਨਹੀਂ ਹੈਗੇ, ਉਹ ਸੰਸਾਰ ਦੀਆਂ ਗੱਲਾਂ ਆਪਦੀਆਂ ਕਰੀ ਜਾਂਦੇ, ਇਹ ਗੁਰਮੁਖ ਉੱਥੇ ਚੁੱਪ ਹੋ ਜਾਂਦੇ, ਆਪਦਾ ਸਹਿਜ ਦੇ ਵਿੱਚ ਆਨੰਦ ਮਾਣਦੇ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਉਦੋਂ ਸਾਡੀ ਇਹ ਰਸਨਾ ਦੀ ਤ੍ਰਿਪਤੀ ਹੋ ਜਾਂਦੀ, ਜਦੋਂ ਇਹ ਰਸਨਾ ਤੇ ਅੰਮ੍ਰਿਤ ਆਉਂਦਾ। ਨਹੀਂ ਤਾਂ ਇਹਦੀ ਪਿਆਸ ਬੁਝਦੀ ਨਹੀਂ। ਇਹ ਰਸਨਾ ਤੂੰ ਅਨ ਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਵੀ ਇਹਦੀ ਪਿਆਸ ਨਹੀਂ ਮਿਟਦੀ, ਇਹਦੀ ਭੁੱਖ ਨਹੀਂ ਜਾਂਦੀ। ਤਾਂ ਇਸ ਵਾਸਤੇ ਸਤਿਗੁਰੂ ਕਹਿੰਦੇ ਫਿਰ ਵੀ ਜਦੋਂ ਅਸੀਂ ਇਹਨਾਂ ਨੇਤਰਾਂ ਦੁਆਰਾ ਮਾਲਕ ਨੂੰ ਦੇਖਾਂਗੇ, ਕੰਨਾਂ ਦੁਆਰਾ ਅਸੀਂ ਮਾਲਕ ਦੀ ਆਵਾਜ਼ ਨੂੰ ਸੁਣਾਂਗੇ, ਅਤੇ ਰਸਨਾ ਦੁਆਰਾ ਅਸੀਂ ਉਹਦੇ ਗੀਤ ਗਾਵਾਂਗੇ, ਉਹਦੇ ਗੁਣ ਗਾਵਾਂਗੇ, ਫਿਰ ਸਾਨੂੰ ਦਰਗਾਹ ਦੇ ਵਿੱਚ ਥਾਂ ਹੈ। ਫਿਰ ਅਸੀਂ ਜਿਉਂਦੇ ਵੀ ਪ੍ਰਵਾਨ ਹਾਂ, ਅਤੇ ਜਦੋਂ ਅਸੀਂ ਦੇਹ ਛੱਡਾਂਗੇ ਅਸੀਂ ਉਦੋਂ ਵੀ ਪ੍ਰਵਾਨ ਹਾਂ। ਸਾਨੂੰ ਜਿਉਂਦੇ ਜੀ ਦਰਗਾਹ ਦੇ ਵਿੱਚ ਥਾਂ। ਜਦੋਂ ਇਹ ਸਾਡੀ ਅਵਸਥਾ ਬਣ ਜਾਂਦੀ, ਸਤਿਗੁਰੂ ਫਰਮਾਉਂਦੇ ਅੰਤਰ ਗੁਰ ਅਰਾਧਨ, ਜੇਬਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣ, ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆਂ ਦਰਗਾਹ ਪਾਈਏ ਠਾਉ। ਬਈ ਫਿਰ ਸਾਨੂੰ ਕਿਸੇ ਦੀ ਸਿਫਾਰਿਸ਼ ਦੀ ਲੋੜ ਨਹੀਂ। ਇਹ ਨਹੀਂ ਬਈ ਅਸੀਂ ਜਦੋਂ ਮਰ ਗਏ ਅਸੀਂ ਦੇਹ ਛੱਡ ਕੇ ਅਤੇ ਬਾਅਦ 'ਚੋਂ ਸਾਡੀਆਂ ਅਰਦਾਸਾਂ ਕਰਨ ਬਈ ਇਹਨਾਂ ਦੇ ਗੁਣਾ ਔਗੁਣਾ ਵੱਲ ਨਾ ਧੱਕਿਓ ਜੀ, ਇਹਨਾਂ ਨੂੰ ਦਰਗਾਹ 'ਚ ਥਾਂ ਦਿਓ ਜੀ। ਕਿਸੇ ਦੀ ਸਿਫਾਰਿਸ਼ ਨਾਲ ਦਰਗਾਹ 'ਚ ਥਾਂ ਨਹੀਂ ਮਿਲਦੀ। ਦਰਗਾਹ ਦੇ ਵਿੱਚ ਥਾਂ ਸਾਨੂੰ ਗੁਰੂ ਦੀ ਮੱਤ ਦੁਆਰਾ ਚੱਲ ਕੇ ਫਿਰ ਮਿਲਦੀ। ਜਦੋਂ ਸਾਡੀ ਇਹ ਅਵਸਥਾ ਬਣ ਗਈ ਅਤੇ ਆਪਾਂ ਨੂੰ ਕਹਿੰਦੇ ਸਾਨੂੰ ਜਿਉਂਦੇ ਜੀ ਦਰਗਾਹ 'ਚ ਥਾਂ ਹੈ। ਇਹ ਥੋੜ੍ਹੀ ਵੀ ਮਰਨ ਤੋਂ ਬਾਅਦ ਸਾਨੂੰ ਦਰਗਾਹ 'ਚ ਥਾਂ ਮਿਲਣੀ। ਆਪਾਂ ਜਿਉਂਦੇ ਜੀ ਉੱਥੇ ਪਹੁੰਚ ਗਏ ਜਿੱਥੇ ਅਸੀਂ ਮਰਨ ਤੋਂ ਬਾਅਦ ਜਾਣਾ ਸੀ। ਆਪਾਂ ਜਿਉਂਦੇ ਜੀ ਉੱਥੇ ਆਉਣ ਜਾਣ ਬਣਾ ਲਿਆ। ਭਾਈਆਂ ਜਿਹੜੇ ਗੁਰਮੁਖ ਉਹਨਾਂ ਦਾ ਇਹ ਭਰਮ ਜਿਹੜਾ ਖਤਮ ਹੋ ਜਾਂਦਾ ਜਨਮ ਮਰਨ 'ਚ, ਉਹ ਜਿਉਂਦੇ ਜੀ ਹੀ ਸੁੰਨ 'ਚ ਸਮਾਧੀ ਲਾ ਲੈਂਦੇ, ਸੁੰਨ 'ਚ ਚਲੇ ਜਾਂਦੇ, ਆਪਦੇ ਘਰ ਚਲੇ ਜਾਂਦੇ, ਉੱਥੇ ਆਉਣ ਜਾਣ ਬਣਾ ਲੈਂਦੇ। ਮਹਾਰਾਜ ਕਹਿੰਦੇ ਜਨਮ ਮਰਨ ਕਾ ਭਰਮ ਗਿਆ, ਗੋਬਿੰਦ ਲਿਵ ਲਾਗੀ, ਜੀਵਤ ਸੁੰਨ ਸਮਾਨਿਆਂ ਗੁਰ ਸਾਖੀ ਜਾਗੀ। ਬਈ ਸਾਡਾ ਜਿਹੜਾ ਭਰਮ ਸੀ ਜਨਮ ਮਰਨ ਦਾ ਉਹ ਖਤਮ ਹੋ ਗਿਆ, ਕਿਉਂਕਿ ਆਪਾਂ ਪਹਿਲਾਂ ਹੀ ਜਿਉਂਦੇ ਜੀ ਮਰ ਕੇ ਦੇਖ ਲਿਆ, ਜਿਉਂਦੇ ਜੀ ਉੱਥੇ ਜਾਣ ਆਉਣ ਬਣਾ ਲਏ। ਆ ਕਰਕੇ ਫਿਰ ਆਪਾਂ ਨੂੰ ਕਹਿੰਦੇ ਵੀ ਜਿਹੜਾ ਕਿਸੇ ਦੀ ਸਿਫਾਰਿਸ਼ 'ਤੇ ਅਸੀਂ ਆਖੀਏ ਵੀ ਸਾਨੂੰ ਦਰਗਾਹ 'ਚ ਥਾਂ ਮਿਲੇ, ਸਾਨੂੰ ਉਹਦੇ ਚਰਨਾਂ ਦੇ ਵਿੱਚ ਥਾਂ ਮਿਲੇ, ਇੱਦਾਂ ਕਿਸੇ ਨੂੰ ਪਰਮਾਤਮਾ ਦੇ ਚਰਨਾਂ 'ਚ ਥਾਂ ਨਹੀਂ ਮਿਲਦੀ, ਦਰਗਾਹ 'ਚ ਥਾਂ ਨਹੀਂ ਮਿਲਦੀ। ਹੁਣ ਤੁਸੀਂ ਆਪ ਸੋਚੋ ਵੀ ਜਿਉਂਦੇ ਜੀ ਜਿਹੜੇ ਜੀਵ ਨੇ ਕਦੇ ਸਿਮਰਨ ਨਹੀਂ ਕੀਤਾ, ਜਿਹਨੇ ਸਾਧ ਸੰਗਤ ਨਹੀਂ ਕੀਤੀ, ਅਤੇ ਉਹਨੂੰ ਆਪਾਂ ਆਖੀਏ ਵੀ ਇਹਨੂੰ ਦਰਗਾਹ 'ਚ ਥਾਂ ਦਿਓ ਜੀ, ਉਹਨੂੰ ਕਿਵੇਂ ਦਰਗਾਹ 'ਚ ਥਾਂ ਮਿਲ ਜੀ? ਇੱਕ ਜੀਵ ਨੇ ਸਾਰੀ ਉਮਰ ਸਿਮਰਨ ਕੀਤਾ, ਸਾਰੀ ਉਮਰ ਸਾਧ ਸੰਗਤ ਕਰਦਾ ਰਿਹਾ, ਮਿਹਨਤ ਕਰਦਾ ਰਿਹਾ, ਅਤੇ ਇੱਕ ਨੇ ਕੁਛ ਕੀਤਾ ਹੀ ਨਹੀਂ। ਅਤੇ ਆਪਾਂ ਆਖੀਏ ਵੀ ਉਹਦੀ ਬਰਾਬਰੀ ਉਹ ਕਰ ਲਵੇ। ਦਰਗਾਹ 'ਚ ਥਾਂ ਤਾਂ ਉਹਨਾਂ ਗੁਰਮੁਖਾਂ ਨੂੰ ਆ ਜਿਹੜੇ ਭਗਤੀ ਕਰਦੇ, ਜਿਹਨੇ ਸਿਮਰਨ ਭਗਤੀ ਕੀਤਾ ਕੋਈ ਨਹੀਂ, ਅਤੇ ਉਹਨੂੰ ਆਖੀਏ ਦਰਗਾਹ 'ਚ ਥਾਂ ਦੇ ਦਿਓ, ਉਹਨੂੰ ਕਿਵੇਂ ਥਾਂ ਮਿਲ ਜੇਗੀ? ਜੇ ਇੱਦਾਂ ਥਾਂ ਮਿਲਣ ਲੱਗੀ ਫਿਰ ਤਾਂ ਸਿਮਰਨ ਦੀ ਲੋੜ ਹੀ ਕੋਈ ਨਹੀਂ, ਫਿਰ ਆਪਾਂ ਨੂੰ ਕੀ ਲੋੜ ਹੈ ਕਰਨ ਦੀ। ਇਸ ਵਾਸਤੇ ਸੰਸਾਰ 'ਚ ਜੀਵ ਆਪਦੀ ਜਦੋਂ ਮੱਤ ਵਰਤਦਾ ਆਪਦੇ ਆਪ ਨੂੰ ਉਹ ਬਾਹਲਾ ਸਿਆਣਾ ਸਮਝਦਾ, ਅਤੇ ਜਿਹੜੇ ਵਾਹਿਗੁਰੂ ਵਾਹਿਗੁਰੂ ਕਰਦੇ ਉਹਨਾਂ ਨੂੰ ਕਮਲਾ ਸਮਝਦਾ ਵੀ ਇਹ ਤਾਂ ਐਵੇਂ ਸ਼ਾਇਦ ਦਿਨ ਰਾਤ ਲੱਗੇ ਰਹਿੰਦੇ ਨੇ, ਜਿਹਨਾਂ ਦੀ ਤਾਂ ਮੱਤ ਮਾਰੀ ਹੋਈ। ਇਹ ਆਪਦੇ ਆਪ ਨੂੰ ਸਿਆਣਾ ਬਹੁਤਾ ਸਮਝਦਾ ਵੀ ਕੋਈ ਨਹੀਂ, ਸਾਰੀ ਉਮਰ ਇੱਧਰ ਮਾਇਆ ਇਕੱਠੀ ਕਰੀ ਚੱਲੋ, ਜਦੋਂ ਅੰਤ ਸਮਾਂ ਆਇਆ ਉਦੋਂ ਪਾਠ ਕਰਾ ਲਾਂਗੇ, ਉਦੋਂ ਅਰਦਾਸ ਕਰਾ ਲਾਂਗੇ ਪੈਸੇ ਦੇ ਕੇ ਵੀ ਸਾਨੂੰ ਦਰਗਾਹ 'ਚ ਥਾਂ ਦੇ ਦਿਓ ਜੀ, ਉਹ ਤਾਂ ਸਾਨੂੰ ਮਿਲ ਹੀ ਜਾਣੀ, ਤਾਂ ਕੰਮ ਹੀ ਬੜਾ ਸੌਖਾ ਹੋ ਗਿਆ। ਇਸ ਵਾਸਤੇ ਇੱਦਾਂ ਥਾਂ ਨਹੀਂ ਮਿਲਦੀ ਜੋ ਸਤਿਗੁਰੂ ਆਪਾਂ ਨੂੰ ਗੁਰਬਾਣੀ 'ਚ ਸਮਝਾਉਂਦੇ ਬਈ ਜਿਹਨੇ ਜਿਉਂਦੇ ਜੀ ਮੁਕਤ ਨਹੀਂ ਹੋਇਆ ਉਹ ਮਰਨ ਤੋਂ ਬਾਅਦ ਮੁਕਤ ਨਹੀਂ ਹੋ ਸਕਦਾ। ਜਿਹਨੇ ਜਿਉਂਦੇ ਜੀ ਪਰਮਾਤਮਾ ਨੂੰ ਦੇਖਿਆ ਉਹ ਮਰਨ ਤੋਂ ਬਾਅਦ ਕਿਵੇਂ ਦੇਖੋ? ਜਿਹਨੇ ਜਿਉਂਦੇ ਜੀ ਕਦੇ ਨਾਮ ਨੂੰ ਸੁਣਿਆ ਨਹੀਂ, ਮਾਲਕ ਦੇ ਚਰਨਾਂ ਦੇ ਨਾਲ ਨਹੀਂ ਜੁੜਿਆ, ਉਹ ਮਰਨ ਤੋਂ ਬਾਅਦ ਕਿਵੇਂ ਚਰਨਾਂ ਨਾਲ ਜੁੜ ਜੇਗਾ?
इस वास्ते ये सानू भरम पाया गया ना भेद होने करके वो असी इन्ना भरम च चले गए। असी समझते हाँ भी असी मरन तो बाद सौखे हो जाएंगे, मरन तो बाद मुक्त हो जाएंगे। जे असी जिउंदे जी सौखे नहीं होए, जिउंदे जी साडे मन नूं शांति नहीं आई, तो मरन तो बाद शांति नहीं आउण लगी। जे असी जिउंदे जी मुक्त नहीं होए, तो मरन तो बाद असी मुक्त नहीं होण लगी। ताइयों सानू गुरबाणी गुरु समझाउंदे, बेणी कहे सुनो रे भगतो मरन मुक्त किन पाई। भी ये संतो भगत जनो मरन तो बाद कोई मुक्त नहीं हुंदा। तुसीं आखोगे मरन तो बाद सानू मुक्ति मिल जाएगी, मरन तो बाद सानू रब मिल जाएगा। जिउंदे जीए सानू वारी है। जद तक साडे सवास चल रहे उन्ना समा वारी, उन्ना समा ही मिल सकते हैं। जे असी वारी लंघा ली, समा खत्म हो गया, फिर तो वारी लंघ ही गई साडी, फिर थोड़ी मिलांगे। पाइयों सानू गुरबाणी गुरु मरियां नूं नहीं समझाउंदे, सानू जिउंदियां नूं समझाउंदे ने। पाइयों आवन रोज़ समझाउंदे, भाई परापत मानुख दे हुरीआ, गोविंद मिलन की ये तेरी वारी है। सानू वारी है, जेड़े चले ही गए संसार च उन्हां दी तां वारी लंघ ही गई। हुण जीव की सोचदा भी जेड़ा चला गया असी गुरबाणी उहदे वास्ते पढ़दे हां, वो तो चला गया जिन्हें जिउंदे जी नहीं गुरबाणी नूं समझिया, मरन तो बाद उहनूं की समझ आउणी। इस वास्ते उहने तां जिहड़ा कुछ कटना सी, इत्थों जद तक समा सी उहदा सवास सीगे, जो उहने कीता ते नाल दी नाल ही उहदा फैसला सुना दिंदे। ये थोड़ी बई उत्थे हफ्ता 10 दिन बिठा के रखदे भी तेरी अरदास हो, उदों बाद चों तेरा फैसला करांगे। ਉਹਦਾ ਨਾਲ ਦੀ ਨਾਲ ਸਜ਼ਾ ਦੇ ਕੇ, ਜੇ ਤਾਂ ਸਾਨੂੰ ਨਾਮ ਦਾ ਭੇਦ ਤੇ ਨਾਮ ਨਾਲ ਜੁੜੇ ਹਾਂ ਤੇ ਅਸੀਂ ਸਿੱਧਾ ਹੀ ਦੇ ਛੱਡਾਂਗੇ ਤੇ ਮਾਲਕ 'ਚ ਨਾਲ ਹੀ ਲੀਨ ਹੋ ਜਾਣਾ, ਉਹਦੇ ਵਿੱਚ ਹੀ ਸਾਡੀ ਜੋਤ 'ਚ ਜੋਤ ਮਿਲ ਜਾਣੀ। ਜੇ ਨਹੀਂ ਮਾਲਕ 'ਚ ਸਮਾਉਣਾ ਸਿੱਖਿਆ, ਨਹੀਂ ਨਾਮ 'ਚ ਸਮਾਏ, ਤਾਂ ਜਾਮ ਫੜ ਕੇ ਲੈ ਜਾਂਦੇ, ਜਾਮ ਕੁੱਟਦੇ ਮਾਰਦੇ ਲੈ ਕੇ। ਉਹਨਾਂ ਸਮਾਂ ਉਹ ਯਾਦ ਕਰਦੇ ਹੀ ਨਹੀਂ, ਛੁੱਟਣ ਦਿੰਦੇ ਹੀ ਨਹੀਂ, ਛੱਡਦੇ ਹੀ ਨਹੀਂ ਜਦ ਤੱਕ ਉਹ ਦੂਸਰੀ ਜੂਨ 'ਚ ਨਹੀਂ ਪਾ ਦਿੰਦੇ। ਉਹਨਾਂ ਸਮਾਂ ਕੁੱਟ ਪੈਂਦੀ ਰਹਿੰਦੀ ਜਿੰਨਾ ਸਮਾਂ ਦੂਸਰੇ ਆਕਾਰ 'ਚ ਭੇਜਿਆ ਨਹੀਂ ਜਾਂਦਾ। ਇਸ ਕਰਕੇ ਵਿਹਲਾ ਨਹੀਂ ਕਿਸੇ ਨੂੰ ਛੱਡਦੇ, ਉੱਥੇ ਕੋਈ ਐਸੀ ਥਾਂ ਬਈ ਬਿਠਾ ਕੇ ਰੱਖਣ ਬਈ ਤੇਰਾ ਫੈਸਲਾ ਜੇ ਹੋਰ ਹਫ਼ਤੇ 10 ਦਿਨ ਲੰਘ ਜਾਣ ਫੇਰ ਕਰਾਂਗੇ। ਉਹ ਤਾਂ ਨਾਲ ਦੀ ਨਾਲ ਹੀ ਫੈਸਲਾ ਹੈ। ਦੋ ਹੀ ਰਾਹ ਨੇ, ਲੈ ਵਧਾਤ ਦੋਈ ਰਾਹੋ ਹੈ ਹੁਕਮੀ ਕਾਰ ਕਮਾਈ। ਜਾਂ ਤਾਂ ਮਾਲਕ ਨੂੰ ਮਿਲ ਜਾਓ, ਜੇ ਨਹੀਂ ਮਿਲਿਆ ਤਾਂ ਅੱਗੇ ਆਕਾਰਾਂ 'ਚ ਚਲੇ ਜਾਓ, ਜੂਨਾਂ 'ਚ ਚਲੇ ਜਾਓ। ਇਸ ਵਾਸਤੇ ਹੁਣ ਆਪਾਂ ਨੂੰ ਸਮਝਾਉਂਦੇ ਬਈ ਅਸੀਂ ਜਿਉਂਦੇ ਜੀ ਹੁਣ, ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਰਸਨਾ ਦੁਬਾਰਾ ਇਹ ਮਾਲਕ ਦੇ ਗੁਣ ਗਾਓ। ਜਿਉਂ-ਜਿਉਂ ਅਸੀਂ ਗੁਣ ਗਾਵਾਂਗੇ ਅਤੇ ਉਹਦੇ ਜਿਹੜੀ ਸਾਡੇ ਮਨ 'ਤੇ ਪਾਪਾਂ ਦੀ ਮੈਲ ਲੱਗੀ, ਇਹ ਸਾਡੀ ਮੈਲ ਸਾਰੀ ਲੱਥ ਜੇਗੀ। ਮਹਾਰਾਜ ਕਹਿੰਦੇ ਗੁਰਸਿੱਖ ਹਰ ਬੋਲੋ ਮੇਰੇ ਭਾਈ, ਹਰ ਬੋਲਤ ਸਭ ਪਾਪ ਲੈ ਜਾਈ। ਬਈ ਗੁਰਸਿੱਖੋ ਵਾਹਿਗੁਰੂ ਬੋਲੋ, ਜਦੋਂ ਅਸੀਂ ਬੋਲਾਂਗੇ ਤਾਂ ਕਹਿੰਦੇ ਸਾਰੇ ਪਾਪਾਂ ਦੀ ਮੈਲ ਲੈ ਜੇਗੀ। ਆਓ ਹੁਣ ਜੋ ਸਾਨੂੰ ਸਤਿਗੁਰੂ ਬੋਲਣ ਨੂੰ ਕਹਿ ਰਹੇ ਸਿਮਰਨ ਕਰਨ, ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਦੁਆਰਾ ਗੁਰਮੁਖ ਪਿਆਰਿਓ ਜਿਉਂ-ਜਿਉਂ ਆਪਾਂ ਇਹ ਸਿਮਰਨ ਕਰਦੇ ਇਹ ਉਹਦੇ ਸਾਡਾ ਮਨ ਸਹਿਜ ਵਿੱਚ ਆਉਂਦਾ, ਸਾਡੇ ਮਨ ਦੀ ਮੈਲ ਉਤਰਦੀ। ਇਸ ਲਈ ਆਪਾਂ ਨੂੰ ਸਮਝਾਉਂਦੇ ਵੀ ਮਾਲਕ ਦੇ ਗੁਣ ਗਾਵੋ, ਵੱਧ ਤੋਂ ਵੱਧ ਇਹ ਸਿਮਰਨ ਕਰੋ। ਨਹੀਂ ਤਾਂ ਸੰਸਾਰ ਦੇ ਵਿੱਚ ਜਿਹੜੇ ਜੀਵ ਸਿਮਰਨ ਨਹੀਂ ਕਰਦੇ, ਸਤ ਸੰਗਤ ਨਹੀਂ ਕਰਦੇ, ਉਹ ਦੁਖੀ ਵਿਹਾਜਦੇ, ਉਹ ਦੁੱਖ ਇਕੱਠਾ ਕਰੀ ਜਾਂਦੇ, ਹੋਰ ਵੱਧ ਤੋਂ ਵੱਧ ਦੁੱਖ ਇਕੱਠੇ ਕਰਦੇ, ਦਿਨ ਰਾਤ ਲੱਗੇ ਹੋਏ ਦੁੱਖ ਇਕੱਠੇ ਕਰਨ। ਜਿੰਨੇ ਮਾਇਆ ਜਿੰਨਾ ਪਦਾਰਥ ਇਕੱਠੇ ਕਰਦੇ ਉਨਾ ਹੀ ਦੁੱਖ ਹੋਰ ਸਹੇੜੀ ਜਾਂਦੇ, ਜਦੋਂ ਜਾਂਦੇ ਉਹ ਹੋਰ ਦੁਖੀ ਹੁੰਦੇ। ਇਸ ਲਈ ਮਹਾਰਾਜ ਕਹਿੰਦੇ ਦੁਖੀ ਦੁਨੀ ਸਹੇੜੀਏ ਜਾ ਜਾਏ ਤਾਂ ਲੱਗੇ ਦੁੱਖ। ਵੀ ਜਦੋਂ ਜਾਂਦੇ ਤੇ ਹੋਰ ਦੁੱਖ ਲੱਗਦਾ, ਹੋਰ ਦੁੱਖ ਸਹੇੜਦੇ। ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੋ ਭੁੱਖ। ਵੀ ਨਾਮ ਤੋਂ ਬਿਨਾਂ ਕਿਸੇ ਦੀ ਭੁੱਖ ਨਹੀਂ ਖਤਮ ਹੁੰਦੀ। ਸੰਸਾਰ ਨੂੰ ਦੇਖ ਦੇਖ ਕੇ ਮਾਇਆ ਨੂੰ ਭੁੱਖ ਜਾਂਦੀ ਨਹੀਂ, ਜਿੰਨਾ ਦੇਖਦਾ ਵਧੇਕ ਉਨੀ ਹੋਰ ਭੁੱਖ ਵੱਧਦੀ ਜਾਂਦੀ। ਰੂਪੀ ਭੁੱਖ ਨਾ ਉਤਰੀ ਜਾਂ ਦੇਖਾਂ ਤਾਂ ਭੁੱਖ, ਜੇਤੇ ਰਸ ਸਰੀਰ ਕੇ ਤੇਤੇ ਲੱਗੇ ਦੁੱਖ। ਅਜੋਂ ਮਾਰੇ ਕਹਿੰਦੇ ਬਈ ਜਿੰਨਾ ਮਾਇਆ ਨੂੰ ਜਿੰਨਾ ਰੂਪ ਨੂੰ ਦੇਖੀ ਜਾਂਦਾ, ਹੋਰ ਉਦੋਂ ਗਾਂਹ ਦੀ ਗਾਂਹ ਦੇਖਣ ਦੀ ਤ੍ਰਿਸ਼ਨਾ ਹੋਰ ਵੱਧਦੀ ਜਾਂਦੀ। ਜਿੰਨੇ ਸਰੀਰ ਦੇ ਰਸ ਜਿੰਨੇ ਚਸਕੇ ਉਹਨੇ ਹੋਰ ਦੁਖੀ, ਉਹਨਾਂ ਹੋਰ ਦੁੱਖ ਪੈਦਾ ਕਰਦਾ। ਇਸ ਵਾਸਤੇ ਹੁਣ ਦਿਨ ਰਾਤ ਜੀਵ ਸਰੀਰ ਵਾਸਤੇ ਲੱਗਿਆ ਹੋਇਆ। ਜਿਹੜਾ ਸਿਮਰਨ ਨਹੀਂ ਕਰਦਾ, ਸੰਗਤ ਨਹੀਂ ਕਰਦਾ, ਜੇ ਉਹ ਆਪਾਂ ਆਖੀ ਵੀ ਮਨ ਵਾਸਤੇ ਕਰ ਰਹੇ, ਉਹ ਮਨ ਵਾਸਤੇ ਥੋੜ੍ਹੀ ਕਰ ਰਿਹਾ ਕੁਛ। ਮਨ ਵਾਸਤੇ ਤਾਂ ਆਹ ਜਿਹੜਾ ਆਪਾਂ ਕਰ ਰਹੇ ਹਾਂ, ਇਹ ਮਨ ਵਾਸਤੇ ਜਦੋਂ ਆਪਾਂ ਸੰਗਤ 'ਚ ਆਉਂਦੇ ਹਾਂ। ਬਾਕੀ ਸਾਰੀ ਦੌੜ ਤਨ ਵਾਸਤੇ, ਸਰੀਰ ਵਾਸਤੇ। ਉਹ ਜੀਵ ਜਿਉਂ ਸਵੇਰ ਨੂੰ ਉੱਠਦਾ ਸਾਰਾ ਦਿਨ ਭੱਜਿਆ ਫਿਰਦਾ ਤਨ ਵਾਸਤੇ, ਨਾ ਰਾਤ ਨੂੰ ਚੈਨ ਆਵੇ ਨਾ ਦਿਨੇ ਚੈਨ ਹੈ। ਭਾਈਆਂ ਮਹਾਰਾਜ ਕਹਿੰਦੇ ਜੇਤੇ ਰਸ ਸਰੀਰ ਕੇ ਤੇਤੇ ਲੱਗੇ ਦੁੱਖ। ਵੀ ਜਿੰਨੇ ਰਸ ਸਰੀਰ ਦੇ ਉਨਾ ਹੀ ਦੁਖੀ ਹੋਰ ਦੁੱਖ ਇਕੱਠਾ ਕਰੀ ਜਾਂਦਾ। ਇਸ ਲਈ ਕਹਿੰਦੇ ਵੀ ਨਾਮ ਤੋਂ ਬਿਨਾਂ ਕਿਸੇ ਦੀ ਭੁੱਖ ਖਤਮ ਨਹੀਂ ਹੁੰਦੀ। ਚਾਹੇ ਉਹ ਜਿੰਨਾ ਮਰਜ਼ੀ ਇਕੱਠਾ ਕਰ ਲਵੇ, ਸਾਜੋ ਸਮਾਨ ਜਿੰਨਾ ਮਰਜ਼ੀ ਧਨ ਇਕੱਠਾ ਕਰ ਲਓ, ਜਿੰਨੇ ਮਰਜ਼ੀ ਸੰਸਾਰ ਦੀਆਂ ਸੁੱਖ ਸਹੂਲਤਾਂ ਇਕੱਠੀਆਂ ਕਰ ਲਓ, ਜੇ ਸਾਨੂੰ ਇਹ ਗਿਆਨ ਨਹੀਂ ਨਾ ਬ੍ਰਹਮ ਦਾ, ਤੇ ਅਸੀਂ ਸੁਖੀ ਨਹੀਂ ਹੋ ਸਕਦੇ। ਅਸੀਂ ਉਹਦੇ ਵਿੱਚ ਵੀ ਦੁਖੀ ਰਹਿਣਾ।
ਆਈਓ ਆਪਾਂ ਸੰਸਾਰ 'ਚ ਦੇਖਦੇ ਜੀਵਾਂ ਕੋਲ ਸਾਰਾ ਕੁਛ ਹੁੰਦੇ ਸੁਣਦੇ ਵੀ ਫਿਰ ਵੀ ਦੁਖੀ ਨੇ, ਫਿਰ ਵੀ ਉਹਨਾਂ ਦੀ ਤ੍ਰਿਪਤੀ ਨਹੀਂ, ਕਿਉਂਕਿ ਇਹਦੇ 'ਚ ਸੁੱਖ ਹੈ ਹੀ ਨਹੀਂ। ਸੁੱਖ ਇਹਦੇ 'ਚੋਂ ਅਸੀਂ ਤਾਂ ਲੈ ਸਕਦੇ ਜੇ ਸਾਨੂੰ ਗਿਆਨ ਹੋਏਗਾ। ਜਿਵੇਂ ਅਗਨ ਹੈ ਸਾਰਾ ਕੁਛ, ਅਗਨ ਤੋਂ ਜੇ ਸਾਨੂੰ ਗਿਆਨ ਹੈ ਅਸੀਂ ਬਾਹਰ ਰਹਿ ਕੇ ਉਹ ਤੋਂ ਸੁੱਖ ਲੈ ਸਕਦੇ ਹਾਂ। ਜੇ ਅਸੀਂ ਅੱਗ ਦੇ ਵਿੱਚ ਛਾਲ ਮਾਰਾਂਗੇ ਵੜਾਂਗੇ ਤਾਂ ਉਹ ਅੱਗ ਤਾਂ ਸਾਨੂੰ ਸਾੜੇਗੀ। ਇਸ ਵਾਸਤੇ ਜੀਵ ਉਹਦੇ ਵਿੱਚ ਛਾਲ ਮਾਰਦੇ ਤਾਂਹੀਓ ਸੜਦੇ ਉਹਦੇ ਵਿੱਚ। ਜਦੋਂ ਆਪਾਂ ਨੂੰ ਗਿਆਨ ਹੋ ਜਾਂਦਾ, ਸੋਝੀ ਆ ਜਾਂਦੀ, ਫਿਰ ਆਪਾਂ ਉਹ ਤੋਂ ਕੰਮ ਲੈਂਦੇ ਹਾਂ ਬਾਹਰ ਰਹਿ ਕੇ। ਨਾਲੇ ਕੰਮ ਲਈ ਜਾਂਦੇ, ਨਾਲੇ ਸੁੱਖ ਲੈਂਦੇ ਹਾਂ ਅਤੇ ਨਾਲੇ ਉਹ ਤੋਂ ਬਾਹਰ ਨਿਰਲੇਪ ਵੀ। ਇਸ ਕਰਕੇ ਆਪਾਂ ਨੂੰ ਜੀਵਨ ਦੀ ਜਾਚ ਸਿਖਾਈ ਸਤਿਗੁਰਾਂ ਨੇ ਵੀ ਜਿਨ੍ਹਾਂ ਨੂੰ ਇਹ ਜੁਗਤੀ ਆ ਗਈ ਉਹ ਸੰਸਾਰ ਦੇ ਵਿੱਚ ਸਾਰਾ ਕੁਛ ਕਰਦੇ ਹੋਏ, ਕੋਈ ਐਸਾ ਕਰਮ ਨਹੀਂ ਵੀ ਜਿਹੜਾ ਗੁਰਮੁਖ ਨਹੀਂ ਕਰ ਸਕਦਾ, ਉਹ ਸਾਰਾ ਕੁਛ ਕਰਦੇ ਹੋਏ ਵਿੱਚ ਹੀ ਮੁਕਤ ਰਹਿੰਦੇ। ਇਸ ਲਈ ਮਹਾਰਾਜ ਕਹਿੰਦੇ ਨਾਨਕ ਸਤਿਗੁਰ ਭੇਟਿਆਂ ਪੂਰੀ ਹੋਵੇ ਜੁਗਤ, ਹਸਾਉਂਦਿਆਂ ਖਿਲਾਉਂਦਿਆਂ ਪਹਿਨਾਉਂਦਿਆਂ ਖਵਾਉਂਦਿਆਂ ਵਿੱਚੇ ਹੋਵੇ ਮੁਕਤ। ਬਈ ਉਹ ਸਾਰਾ ਕੁਛ ਹੱਸਦੇ ਖੇਡਦੇ ਖਾਂਦੇ ਪਹਿਨਦੇ ਕੰਮ ਕਾਰ ਕਰਦੇ ਉਹ ਵਿੱਚ ਹੀ ਮੁਕਤ ਨਹੀਂ, ਕਿਉਂਕਿ ਉਹਨਾਂ ਨੂੰ ਜੁਗਤੀ ਆ ਗਈ, ਤਰੀਕਾ ਆ ਗਿਆ ਵੀ ਅਸੀਂ ਕਿਵੇਂ ਮੁਕਤ ਰਹਿਣਾ ਜਿਉਂਦੇ 'ਚ। ਇਸ ਲਈ ਇਹ ਫਿਰ ਆਪਾਂ ਵੀ ਸਿੱਖਣਾ, ਸਤਿਗੁਰੂ ਇਹ ਆਪਾਂ ਨੂੰ ਸਿਖਾਉਂਦੇ ਜੀਵਨ ਦੀ ਜਾਚ, ਉਹਦੇ ਵਾਸਤੇ ਫਿਰ ਇਹ ਸਤ ਸੰਗਤ। ਇਸ ਲਈ ਇਹ ਆਪਾਂ ਵੱਧ ਤੋਂ ਵੱਧ ਸਤ ਸੰਗਤ ਕਰਨੀ ਹੁੰਦੀ, ਵੱਧ ਤੋਂ ਵੱਧ ਇਹ ਆਪਾਂ ਸਿਮਰਨ ਕਰਨਾ ਅਤੇ ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ ਅਤੇ ਖੋਜਣਾ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਇਹ ਜੋ ਸਾਡੇ ਸਾਰਿਆਂ ਦੇ ਜੀਵਨ ਦਾ ਮਨੋਰਥ ਹੈ ਵਾਹਿਗੁਰੂ ਨੂੰ ਪਰਮੇਸ਼ਰ ਨੂੰ ਮਿਲਣਾ, ਸਾਰੇ ਹੀ ਆਪਾਂ ਮਿਲ ਸਕਦੇ ਹਾਂ। ਕਿਵੇਂ ਮਿਲਣਾ ਹੈ ਉਹੀਓ ਆਪਾਂ ਇਹ ਗੁਰਬਾਣੀ ਗੁਰੂ ਦੁਆਰਾ ਵਿਚਾਰ ਕਰਦੇ ਹਾਂ ਰੋਜ਼। ਸੋ ਇਸ ਵਾਸਤੇ ਫਿਰ ਇਹ ਵਿਚਾਰ ਨੂੰ ਆਪਾਂ ਬੜਾ ਧਿਆਨ ਦੇ ਨਾਲ ਸੁਣਨਾ ਹੁੰਦਾ। ਜੇ ਇੱਕ ਵਾਰ ਨਹੀਂ ਸਮਝ ਲੱਗਦੀ ਵਾਰ-ਵਾਰ ਸੁਣਨਾ ਤਾਂ ਕਿ ਆਪਾਂ ਨੂੰ ਸਮਝ ਲੱਗ ਜੇ। ਹੁਣ ਆਪਾਂ ਬੋਲਦੇ ਤਾਂ ਆਪਣੀ ਭਾਸ਼ਾ ਹੀ ਹੈ, ਇਹ ਤਾਂ ਹੈ ਨਹੀਂ ਵੀ ਆਪਾਂ ਕੋਈ ਹੋਰ ਭਾਸ਼ਾ ਬੋਲਦੇ। ਜੇ ਸਾਨੂੰ ਨਹੀਂ ਸਮਝ ਲੱਗਦੀ ਅਤੇ ਉਹਦਾ ਕਾਰਨ ਇਹ ਹੈ ਵੀ ਸਾਡਾ ਮਨ ਵਿਚਾਰਾਂ 'ਚ ਫੁਰਨਿਆਂ ਵਿੱਚ ਤਾਂ ਨੂੰ ਸਾਨੂੰ ਸਮਝ ਆਉਂਦੀ। ਜਦੋਂ ਅਸੀਂ ਵੱਧ ਤੋਂ ਵੱਧ ਸਿਮਰਨ ਕਰਾਂਗੇ, ਵਾਰ-ਵਾਰ ਹੀ ਵਿਚਾਰ ਨੂੰ ਸੁਣਾਂਗੇ ਅਤੇ ਸਾਨੂੰ ਸਮਝ ਲੱਗ ਜਾਣੀ ਵੀ ਤਾਂ ਸਾਡੀ ਕਹਾਣੀ ਹੈ, ਤਾਂ ਸਾਡੇ ਪਰਿਵਾਰ ਦੀ ਕਹਾਣੀ। ਜਿਵੇਂ ਆਪਾਂ ਨਾ ਇਹ ਵਿਚਾਰ ਕਰਦੇ, ਗੁਰਮੁਖ ਵਿਚਾਰ ਕਰਦੇ ਰਹਿੰਦੇ, ਫੋਨ ਆਉਂਦੇ ਰਹਿੰਦੇ, ਉਹ ਕਹਿੰਦੇ ਸਾਡਾ ਜਿਵੇਂ ਕੋਈ ਵੀ ਸ਼ੰਕਾ ਹੁੰਦਾ ਅਸੀਂ ਪੁੱਛਣਾ ਹੁੰਦਾ ਸੋਤੋਂ, ਅਤੇ ਉਹ ਤੁਸੀਂ ਪਹਿਲਾਂ ਹੀ ਉਹ ਕਥਾ 'ਚ ਦੱਸ ਦਿੰਦੇ ਹੋ। ਮਤਲਬ ਕਿ ਬਈ ਉਹ ਸਾਡੀ ਸਾਰਿਆਂ ਦੀ ਕਹਾਣੀ ਹੈ। ਉਹ ਕਹਿੰਦੇ ਸਾਨੂੰ ਇਉਂ ਲੱਗੂ ਵੀ ਤੁਸੀਂ ਸਾਡੇ ਪਰਿਵਾਰ ਦੀ ਗੱਲ ਦੱਸੀ ਜਾਂਦੇ, ਸਾਡੇ ਪਰਿਵਾਰ ਦੀ ਕਹਾਣੀ ਕਰੀ ਜਾਂਦੇ, ਕਿਉਂਕਿ ਸਾਡੀ ਸਾਰਿਆਂ ਦੀ ਕਹਾਣੀ, ਸਾਡੇ ਮਨਾਂ ਦੀ ਕਹਾਣੀ। ਇਹ ਆਪਾਂ ਨੂੰ ਇਉਂ ਹੀ ਲੱਗੂ ਵੀ ਇਹ ਸਾਡੇ ਘਰ ਦੀ ਗੱਲ ਹੈ, ਸਾਡੀ ਆਪਦੀ ਹੈ, ਕਿਉਂਕਿ ਇਹ ਕਹਾਣੀ ਆਪਣੀ ਹੈ, ਖੁਦ ਦੀ ਹੈ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜਿੰਨੀ ਆਪਾਂ ਇਹ ਸੰਗਤ ਕਰਾਂਗੇ, ਸਾਨੂੰ ਇਹ ਕਹਾਣੀ ਦੀ ਸਮਝ ਲੱਗੇਗੀ ਅਤੇ ਫਿਰ ਅਸੀਂ ਇੱਥੋਂ ਮੁਕਤ ਹੋ ਸਕਦੇ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ